ਪੰਦੇਰ ਸਾਹਿਬ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਫੈਸਲੇ ਨੂੰ ਇੱਕ ਵਾਰ ਫਿਰ ਤੋਂ ਅੱਗੇ ਪਾ ਦਿੱਤਾ ਗਿਆ ਜੀ। ਵਾਸੂ ਜੀ, ਜੇ ਸੱਚ ਜਾਣਿਓ, ਕੱਲ ਜਦੋਂ ਇਹ ਖਬਰ ਸ਼ੁਰੂ ਹੋਈ ਕਿ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੋਣੀ ਆ, ਤਾਂ ਪੰਜਾਬ ਦਾ ਕੱਲ ਬਾਅਦ ਦੁਪਹਿਰ ਤੋਂ ਲੈ ਕੇ ਅੱਜ ਸਵੇਰ ਤੱਕ ਵੀ ਤੁਸੀਂ ਕਹਿ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਘਸਮਾਨ ਪਿਆ ਸੀ ਪੂਰੇ ਦਾ ਪੂਰਾ। ਔਰ ਕਈ ਲੋਕਾਂ ਨੇ ਤਾਂ ਰਿਹਾਈ ਦੀ ਅਨਾਊਂਸਮੈਂਟ ਵੀ ਕਰਤੀ ਸੀ ਕਿ ਅੱਜ ਸ਼ਾਮ ਨੂੰ ਰਿਹਾਈ ਹੋ ਜਾਣੀ ਹੈ। ਮੈਂ ਪਰਸਨਲੀ ਕਈਆਂ ਨੂੰ ਕਿਹਾ ਰਿਹਾਈ ਨਹੀਂ ਹਾਲੇ ਹੋਣੀ, ਹਾਲੇ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਆ। ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਜਿਹੜੇ ਹੈਗੇ ਆ ਉਹਦੇ ਚੇਅਰਪਰਸਨ ਨੇ ਉਹ ਦਿੱਲੀ ਦੇ ਹੈਲਥ ਜਿਹੜੇ ਹੈਗੇ ਆ ਮਿਨਿਸਟਰ ਨੇ, ਹੋਮ ਮਿਨਿਸਟਰ ਨੇ, ਔਰ ਬਾਕੀ ਦੇ 7 ਮੈਂਬਰ ਨੇ। ਉਹ ਵੋਟਾਂ ਪਾ ਕੇ 100 ਕੈਦੀਆਂ ਦੇ ਜਿਹੜੇ ਤਿਹਾੜ ਜੇਲ੍ਹ 'ਚ ਨੇ ਉਹਨਾਂ ਨੂੰ ਪ੍ਰੀ ਮੈਚਿਓਰ ਰਿਲੀਜ਼ ਦੀ ਗੱਲ ਆ, ਤੇ ਉਹਨਾਂ 'ਚ ਪ੍ਰੋਫੈਸਰ ਭੁੱਲਰ ਦਾ ਇੱਕ ਕੇਸ ਆ, ਔਰ ਸਾਰਿਆਂ ਦੇ ਵੋਟਾਂ ਪੈਂਦੀਆਂ ਨੇ। ਤੇ ਫਿਰ ਜਦੋਂ ਇਹ ਸਾਰਾ ਫੈਸਲਾ ਹੋ ਜਾਊਗਾ, ਇਹ ਫੈਸਲਾ ਤੋਂ ਬਾਅਦ ਲੈਫਟੀਨੈਂਟ ਗਵਰਨਰ ਨੂੰ ਭੇਜੀ ਜਾਂਦੀ ਹੈ। ਲੈਫਟੀਨੈਂਟ ਗਵਰਨਰ ਨੇ ਇਸ ਦੇ ਉੱਤੇ ਆਪਣੀ ਆਖਰੀ ਮੋਹਰ ਲਾਉਣੀ ਹੁੰਦੀ। ਪਰ ਜਿਸ ਤਰ੍ਹਾਂ ਸਾਨੂੰ ਸਾਹਮਣੇ ਗੱਲ ਆ ਰਹੀ ਆ ਕਿ ਜਿਹੜਾ ਦਵਿੰਦਰਪਾਲ ਭੁੱਲਰ ਹੈ, ਜੋ 1993 ਦਾ ਬੰਬ ਬਲਾਸਟ ਸੀ ਜਿਸ ਦੇ ਵਿੱਚ 9 ਬੰਦਿਆਂ ਦੀ ਡੈਥ ਹੋਈ ਸੀ ਤੇ ਕੋਈ 20-22 ਬੰਦੇ ਜਿਹੜੇ ਸੀਗੇ ਫੱਟੜ ਹੋ ਗਏ ਸੀ ਜੀ, ਔਰ ਜਿਹੜੇ ਬਚੇ ਸੀ ਉਹਨਾਂ 'ਚ ਜਿਹੜਾ ਬਲਾਸਟ ਸੀ ਉਹ ਉਸ ਵੇਲੇ ਦੇ ਯੂਥ ਕਾਂਗਰਸ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਦੇ ਉੱਤੇ ਲਗਾਇਆ ਗਿਆ ਸੀ। ਸੋ ਪਿਛਲੇ ਜਿਹੇ ਦਿਨੇ ਜਿਹੜਾ ਸੀਗਾ ਪ੍ਰੋਫੈਸਰ ਭੁੱਲਰ ਨੂੰ ਸਜ਼ਾ ਮੌਤ ਹੋ ਗਈ ਸੀ, ਪਰ ਉਹਨਾਂ ਦੀ ਜਿਹੜੀ ਮੈਂਟਲ ਸਿਚੁਏਸ਼ਨ ਹੈ, ਮੈਂਟਲ ਹੈਲਥ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਪਰੀਮ ਕੋਰਟ ਨੇ ਉਹ ਸਜ਼ਾ ਮੌਤ ਜਾਂ ਫਾਂਸੀ ਦੀ ਸਜ਼ਾ ਉਹ ਘਟਾ ਕੇ ਉਮਰ ਕੈਦ ਕਰਤੀ ਸੀ ਜੀ। ਫਿਰ 2019 ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜਿਹੜਾ 550ਵਾਂ ਪ੍ਰਕਾਸ਼ ਉਤਸਵ ਪੁਰਬ ਸੀਗਾ ਜੀ, ਉਸ ਦੇ ਉੱਤੇ ਕੇਂਦਰ ਸਰਕਾਰ ਨੇ ਬਹੁਤ ਸਾਰੇ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਦੇ ਬਾਰੇ ਫੈਸਲਾ ਕੀਤਾ ਸੀ, ਔਰ ਉਹਨਾਂ ਦੇ ਵਿੱਚ ਪ੍ਰੋਫੈਸਰ ਭੁੱਲਰ ਵੀ ਇੱਕ ਨਾਂ ਸੀ। ਪਰ ਗੱਲ ਇਹ ਹੋਈ ਕਿ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਜੋ ਦਿੱਲੀ ਸਰਕਾਰ ਦੇ ਵਿੱਚ ਹੈ ਉਹ ਸਾਰੇ ਦਾ ਸਾਰਾ ਨਹੀਂ, ਇਸ ਨੂੰ 2 ਵਾਰੀ 2020 ਦੇ ਵਿੱਚ ਜਿਹੜੀਆਂ ਮੀਟਿੰਗਸ ਹੋਈਆਂ ਔਰ ਉਹਨਾਂ ਨੇ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰਨ ਤੋਂ ਮਨਾ ਕਰ ਦਿੱਤਾ ਸੀ ਜੀ। ਪਰ ਹੁਣ ਗੱਲ ਇਹ ਆਈ ਆ ਕਿ ਜਦੋਂ ਪੰਜਾਬ ਦੀਆਂ ਚੋਣਾਂ ਆਈਆਂ ਨੇ ਔਰ ਉਸ ਦੇ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਇੱਥੇ ਮੁਜ਼ਾਹਰੇ ਵੀ ਕੀਤੇ, ਗਵਰਨਰ ਨੂੰ ਵੀ ਮਿਲੇ। ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਪੂਰਾ ਭਰੋਸਾ ਵੀ ਦਵਾਇਆ ਸੀ ਕਿ ਮੈਂ ਆਪਣੇ ਦਫ਼ਤਰ ਦੀ ਪੂਰੀ ਇਸਤੇਮਾਲ ਕਰਕੇ ਇਹ ਰਿਹਾਈ ਬੰਦੀ ਸਿੰਘਾਂ ਦੀ ਤੇ ਖਾਸ ਤੌਰ ਤੇ ਪ੍ਰੋਫੈਸਰ ਭੁੱਲਰ ਦੀ ਕਰਾਊਂਗਾ। ਤੇ ਸਿੱਖ ਜਥੇਬੰਦੀਆਂ ਨੇ ਆਮ ਆਦਮੀ ਪਾਰਟੀ, ਖਾਸ ਤੌਰ ਤੇ ਦਿੱਲੀ ਦੇ ਮੁੱਖ ਮੰਤਰੀ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਹੈ ਅਰਵਿੰਦ ਕੇਜਰੀਵਾਲ ਨੂੰ ਬੜਾ ਘੇਰਿਆ ਚੋਣਾਂ ਦੇ ਵਿੱਚ, ਔਰ ਅਰਵਿੰਦ ਕੇਜਰੀਵਾਲ ਨੇ ਉਸ ਵੇਲੇ ਇਹ ਕਹਿ ਦਿੱਤਾ ਸੀ ਕਿ ਇਹਦਾ ਫੈਸਲਾ ਲੈਫਟੀਨੈਂਟ ਗਵਰਨਰ ਨੇ ਕਰਨਾ, ਅਸੀਂ ਨਹੀਂ ਕਰਨਾ ਜੀ। ਸੋ ਸਿੱਖ ਜਥੇਬੰਦੀਆਂ ਨੇ ਫਿਰ ਸਾਹਮਣੇ ਦੱਸਿਆ ਕਿ ਜਿਹੜੀ ਸੈਂਟੈਂਸ ਰਿਵਿਊ ਬੋਰਡ ਦੇ ਚੇਅਰਪਰਸਨ ਹੈ ਉਹ ਦਿੱਲੀ ਦੇ ਹੋਮ ਮਿਨਿਸਟਰ ਸਤਿੰਦਰ ਜੈਨ ਨੇ। ਸੋ ਫੈਸਲਾ ਤਾਂ ਉਹਨਾਂ ਨੇ ਲੈਣਾ, ਫਿਰ ਬਾਅਦ ਚੋਂ ਜਾਊਗਾ। ਪਰ ਜਦੋਂ ਇਹੀ ਸੈਂਟੈਂਸ ਰਿਵਿਊ ਬੋਰਡ ਹੀ ਰਿਹਾਈ ਦੇ ਵਾਸਤੇ ਨਹੀਂ ਕਰਦਾ ਤਾਂ ਅੱਗੇ ਕਿੱਥੋਂ ਜਾਊਗਾ? ਫਿਰ ਲੈਫਟੀਨੈਂਟ ਗਵਰਨਰ ਕੀ ਫੈਸਲੇ ਲਊਗਾ ਜੀ। ਬੀਜੇਪੀ ਨੇ ਵੀ ਇਹੀ ਕਿਹਾ ਸੀ, ਪਰ ਅੱਜ ਫਿਰ ਜਿਹੜਾ ਸੈਂਟੈਂਸ ਰਿਵਿਊ ਬੋਰਡ ਦੀ ਕੱਲ ਮੀਟਿੰਗ ਹੋਈ ਇਸ ਨੂੰ ਅੱਗੇ ਪਾ ਦਿੱਤਾ, ਇਹਦੇ ਤੇ ਕੋਈ ਫੈਸਲਾ ਨਹੀਂ ਲਿਆ। ਮੈਨੂੰ ਜਿਹੜੀ ਜਾਣਕਾਰੀ ਹੋਈ ਹੈ ਕਿ ਉਹਦੇ 'ਚ ਜਿਹੜੀਆਂ ਵੋਟਾਂ ਪੈਣੀਆਂ ਸੀ ਉਹਦੇ 'ਚ ਇੱਕ ਸੁਰਤਾ ਨਹੀਂ ਸੀ, ਉਹਦੇ 'ਚ ਕੁਝ ਮਤਭੇਦ ਸੀ ਤੇ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਅੱਗੇ ਪਾ ਦਿੱਤੀ ਗਈ ਹੈ। ਹੋ ਸਕਦਾ ਅੱਗੇ ਜਾ ਕੇ ਇਹਦੇ ਬਾਰੇ ਹੋਵੇ, ਪਰ ਜਿਹੜਾ ਹੈਗਾ ਇਹਦੇ ਨਾਲ ਜਿਹੜੀ ਸਿਆਸਤ ਆ ਉਹ ਬਹੁਤ ਗਰਮਾ ਗਈ ਹੈ। ਕਾਂਗਰਸ ਤਾਂ ਚੁੱਪ ਹੈ, ਪਰ ਜਿਹੜੇ ਆਪਣਾ ਅਕਾਲੀ ਦਲ ਆ ਉਹਨਾਂ ਨੇ ਬੜੇ ਤਿੱਖੇ ਹਮਲੇ ਕੀਤੇ ਤੇ ਉਹਦੇ 'ਚ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਹੈ ਜੋ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਸਿੱਧਾ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਐਂਟੀ ਸਿੱਖ ਤੇ ਐਂਟੀ ਪੰਜਾਬ ਜਿਹੜਾ ਚਿਹਰਾ ਵਾ ਉਹ ਨੰਗਾ ਹੋਇਆ, ਔਰ ਜਿਹੜੀ ਹਿਪੋਕ੍ਰੇਸੀ ਆ ਔਰ ਜਿਹੜੀ ਉਹਨਾਂ ਦੀ ਇੱਕ ਸ਼ੈਤਾਨੀ ਸਟੈਂਡ ਆ ਉਹ ਐਕਸਪੋਜ਼ ਹੋਇਆ। ਤੇ ਉਹਨਾਂ ਨੇ ਹੁਣ ਕਿਹਾ ਜੀ ਕਿ ਭਗਵੰਤ ਮਾਨ ਔਰ ਹਰਪਾਲ ਚੀਮਾ ਨੂੰ ਬਹੁਤ ਜਵਾਬ ਦੇਣੇ ਪੈਣੇ ਆ ਪੰਜਾਬ ਦੇ ਵਿੱਚ ਆਮ ਤੌਰ ਤੇ ਸਿੱਖਾਂ ਨੂੰ ਖਾਸ ਤੌਰ ਦੇ ਉੱਤੇ ਕਿ ਪਾਰਟੀ ਦਾ ਐਂਟੀ ਸਿੱਖ ਤੇ ਐਂਟੀ ਪੰਜਾਬ ਰੋਲ ਕਿਉਂ ਆ। ਸੋ ਉਹਨਾਂ ਨੇ ਕਿਹਾ ਕਿ ਜਦੋਂ ਸਿੱਖ ਜਥੇਬੰਦੀਆਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਪੁੱਛਿਆ ਕੇਜਰੀਵਾਲ ਨੂੰ ਇਹਦੇ ਵਿੱਚ ਵੀ
ਤੁਸੀਂ ਇਹ ਰਿਹਾ ਕਿਉਂ ਨਹੀਂ ਕਰ ਰਹੇ? ਕਹਿੰਦੇ ਜੀ ਉਦੋਂ ਇੱਕ ਖਸਿਆਣੀ ਜੀ ਹਾਸਾ ਹੱਸ ਕੇ ਕਿਹਾ ਜੀ ਇਹ ਤਾਂ ਕੇਂਦਰ ਸਰਕਾਰ ਦਾ ਮਾਮਲਾ ਵਾ, ਤੇ ਹੁਣ ਕਹਿੰਦੇ ਜੀ ਬਿੱਲੀ ਥੈਲੇ ਚੋਂ ਬਾਹਰ ਆ, ਤੇ ਕੇਜਰੀਵਾਲ ਇਸ ਤੇ ਐਕਸਪੋਜ਼ ਹੋ ਗਏ। ਉਧਰੋਂ ਜਿਹੜੇ ਬੀਜੇਪੀ ਦੇ ਅਕਾਲੀ ਦਲ ਤੋਂ ਬੀਜੇਪੀ ਚ ਗਏ ਮਨਜਿੰਦਰ ਸਿੰਘ ਸਿਰਸਾ, ਉਹਨਾਂ ਨੇ ਕਿਹਾ ਜੀ ਇਹ ਪੂਰਾ ਜਿਹੜਾ ਸਿੱਖ ਕੌਮ ਦੇ ਪਿੱਠ 'ਚ ਛੁਰਾ ਮਾਰਿਆ ਕੇਜਰੀਵਾਲ ਨੇ, ਔਰ ਹੁਣ ਕੋਈ ਚਾਰਾ ਨਹੀਂ ਹੈ ਕਿ ਹੁਣ ਉਹ ਕਿਸੇ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਦਾਇਰ ਕਰਨਗੇ ਕਿ ਪ੍ਰੋਫੈਸਰ ਭੁੱਲਰ ਜਿਨ੍ਹਾਂ ਦਾ ਹੁਣ ਮਾਨਸਿਕ ਲੈਵਲ ਦੇ ਉੱਤੇ ਪ੍ਰੋਬਲਮ ਆ ਰਹੀਆਂ ਨੇ ਔਰ ਉਹਨਾਂ ਦੀ ਰਿਹਾਈ ਦੇ ਵਾਸਤੇ ਕੇਂਦਰ ਸਰਕਾਰ ਨੇ ਪਹਿਲਾਂ ਹੀ ਰਸਤੇ ਖੋਲ ਦਿੱਤੇ ਸੀ, ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ? ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬੇਸ਼ੱਕ ਹੁਣ ਵੋਟਾਂ ਤਾਂ ਪੈ ਗਈਆਂ ਜਦੋਂ ਇਹ ਮੁੱਦਾ ਬਹੁਤ ਗਰਮਾਇਆ ਸੀ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਦਾ ਜਿਹੜਾ ਹੈਗਾ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ। ਆਮ ਆਦਮੀ ਪਾਰਟੀ ਵਾਸਤੇ ਇਹਦੇ ਨਾਲ ਮੁਸ਼ਕਲਾਂ ਹੀ ਆਉਣੀਆਂ। ਸੰਦੇਸ਼ ਸਾਹਿਬ, ਇਹ ਖਬਰ ਆ ਰਹੀ ਹੈ ਕਿ ਬਰਨਾਲੇ ਤੋਂ MBBS ਦੀ ਪੜ੍ਹਾਈ ਕਰਨ ਲਈ ਯੂਕਰੇਨ ਗਏ ਇੱਕ ਵਿਦਿਆਰਥੀ ਦੀ ਉੱਥੇ ਹਸਪੀਟਲ ਦੇ ਵਿੱਚ ਮੌਤ ਹੋ ਗਈ ਹੈ। ਸੋ ਹੁਣ ਇਸ ਤੋਂ ਬਾਅਦ ਇੱਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਕਿ ਉੱਥੇ ਵਿਦਿਆਰਥੀਆਂ ਦੀ ਸਿਚੁਏਸ਼ਨ ਕੋਈ ਬਹੁਤੀ ਚੰਗੀ ਨਹੀਂ, ਤੇ ਅੱਜ ਸਵੇਰੇ ਸਾਡੇ ਇੱਥੇ ਸਮੇਂ ਮੁਤਾਬਕ ਬਹੁਤ ਸਾਰੀਆਂ ਇੱਦਾਂ ਦੀਆਂ ਅਪਡੇਟਸ ਆ ਰਹੀਆਂ ਸੀ ਕਿ ਭਾਰਤੀ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਨੇ ਉੱਥੇ ਦੇ ਸਟੂਡੈਂਟਸ ਲਈ ਕਿ ਜਲਦ ਤੋਂ ਜਲਦ ਤੁਸੀਂ ਖਾਰਕੀਵ, ਖਾਸ ਤੌਰ 'ਤੇ ਜਿਹੜਾ ਖਾਰਕੀਵ ਸ਼ਹਿਰ ਹੈ ਉਹਨੂੰ ਖਾਲੀ ਕਰਕੇ 3 ਉਹਨਾਂ ਨੂੰ ਦੱਸੇ ਗਏ ਸੀ ਕਸਬੇ ਕਿ ਤੁਸੀਂ ਉੱਥੇ ਪਹੁੰਚੋ, ਉੱਥੋਂ ਤੁਹਾਨੂੰ ਅਸੀਂ ਇਵੈਕੂਏਟ ਕਰ ਸਕਾਂਗੇ। ਸੋ ਇਹਦਾ ਕੀ ਵੇਰਵਾ ਜੀ? ਬਿਲਕੁਲ ਜੀ, ਇੱਕ ਇੰਡੀਅਨ ਸਟੂਡੈਂਟ ਹੈ ਬਰਨਾਲੇ ਤੋਂ, ਕਹਿ ਰਿਹਾ 22 ਸਾਲ ਦੇ ਚੰਦਨ ਜਿੰਦਲ ਉਹਨਾਂ ਦਾ ਨਾਂ ਹੈ ਜੀ। ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਬੇਸ਼ੱਕ ਇਹ ਇੱਕ ਯੂਕਰੇਨ ਦੀ ਮੈਡੀਕਲ ਯੂਨੀਵਰਸਿਟੀ ਹੈਗੀ ਹੈ, ਵਿਨੀਸੀਆ ਹੋਏਗਾ, ਪਤਾ ਨਹੀਂ ਕਿਸ ਤਰ੍ਹਾਂ ਪ੍ਰੋਨਾਉਂਸ ਕਰਦੇ ਨੇ, ਉੱਥੇ ਹੋਇਆ, ਪਰ ਬੇਸ਼ੱਕ ਉਹਨਾਂ ਨੂੰ ਇਹ ਸ਼ੈਲਿੰਗ ਕਰਕੇ ਤਾਂ ਨਹੀਂ ਹੋਇਆ ਜਾਂ ਕੋਈ ਫੌਜੀ ਕਾਰਵਾਈ ਜਾਂ ਜੰਗ ਦਾ ਸਿੱਧਾ ਅਸਰ ਤਾਂ ਨਹੀਂ ਹੈ, ਉਹ ਸਟ੍ਰੋਕ ਹੋਇਆ, ਬ੍ਰੇਨ ਦਾ ਸਟ੍ਰੋਕ ਹੋਇਆ ਕਹਿੰਦੇ ਆ, ਤੇ ਉਹਦੇ ਨਾਲ ਉਹਨਾਂ ਦੀ ਮੌਤ ਹੋ ਗਈ। ਪਰ ਇੱਥੇ ਪਰਿਵਾਰ ਵਾਲੇ ਇਹ ਕਹਿੰਦੇ ਕਿਉਂਕਿ ਬਹੁਤ ਸਾਰੀ ਸ਼ੈਲਿੰਗ ਉੱਥੇ ਹੋ ਰਹੀ ਆ, ਉੱਥੇ ਬਹੁਤ ਲੜਾਈ ਆ, ਤੇ ਸਰਕਾਰ ਜਿਹੜੀ ਯੂਕਰੇਨ ਦੀ ਸਰਕਾਰ ਆ ਉਹਦਾ ਸਾਰਾ ਜ਼ੋਰ ਹੁਣ ਇਸ ਵੇਲੇ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਉੱਤੇ ਰੂਸੀ ਫੌਜਾਂ ਦੇ ਸਾਹਮਣੇ ਆਪਣਾ ਰੈਜ਼ਿਸਟੈਂਸ ਬਣਾਉਣ ਤੇ ਲੱਗੀ ਹੈ। ਤਾਂ ਇਸ ਲਈ ਰਿਸੋਰਸਿਸ ਨਹੀਂ ਮਿਲ ਰਹੇ, ਪ੍ਰੋਪਰ ਏਡ ਨਹੀਂ ਮਿਲ ਰਹੀ ਔਰ ਪ੍ਰੋਪਰ ਇਲਾਜ ਨਹੀਂ ਹੋ ਸਕਿਆ। ਇਹਦੇ ਨਾਲ ਹੋਰ ਸਹਿਮ ਜਿਹੜਾ ਹੈਗਾ ਪੰਜਾਬ ਦੇ ਵਿੱਚ, ਜਿੱਥੇ ਕਿਹਾ ਜਾਂਦਾ ਕਿ ਜੋ ਟੋਟਲ ਇੰਡੀਆ ਦੇ 20,000 ਸਟੂਡੈਂਟ ਹੈ ਉਹਦੇ 'ਚ 3,000 ਸਟੂਡੈਂਟ ਪੰਜਾਬ ਤੋਂ ਨੇ, ਉਹਨਾਂ ਦੇ ਵਿੱਚ ਵੀ ਇਸ ਗੱਲ ਦਾ ਸਹਿਮ ਹੋ ਰਿਹਾ। ਤੇ ਇਹਦੇ ਵਿੱਚ ਜਿਹੜੀ ਕੇਂਦਰ ਸਰਕਾਰ ਵੱਲੋਂ ਇਹ ਆਇਆ ਕਿ ਅਸੀਂ ਕੋਈ 12,000 ਸਟੂਡੈਂਟ ਜਿਹੜੇ ਹੈਗੇ ਯੂਕਰੇਨ ਤੋਂ ਵਾਪਸ ਆ ਗਏ ਆ, ਤੇ ਕੀਵ ਦੇ ਵਿੱਚੋਂ ਸਾਰੇ ਜਿਹੜੇ ਇੰਡੀਅਨ ਸਿਟੀਜ਼ਨਸ ਨੇ ਉਹ ਚਲੇ ਗਏ ਆ। ਤੇ ਫੋਰਨ ਸੈਕਟਰੀ ਜਿਹੜੇ ਹੈਗੇ ਆ ਹਰਸ਼ਵਰਧਨ ਸ਼੍ਰਿੰਗਲਾ, ਉਹਨਾਂ ਨੇ ਇਹ ਬਿਆਨ ਦਿੱਤਾ ਕਿ ਇਵੈਕੂਏਸ਼ਨ ਦਾ ਪ੍ਰੋਸੈਸ ਬੜਾ ਤੇਜ਼ੀ ਨਾਲ ਚੱਲ ਰਿਹਾ, ਤੇ ਖਾਰਕੀਵ ਵਾਲਾ ਜਿਹੜਾ ਹੈਗਾ ਉਹਦੇ 'ਚ ਆਪਾਂ ਅੱਗੇ ਵੀ ਗੱਲ ਕਰ ਲਾਂਗੇ ਜਾ ਕੇ। ਪਰ ਜਿਹੜੀ ਐਕਸਟਰਨਲ ਅਫੇਅਰਸ ਦੀ ਜਿਹੜੀ ਇਹ ਹੁਣ ਹੈਗਾ ਕਿ ਈਵਨ ਇੰਡੀਅਨ 에ਅਰ ਫੋਰਸ ਦੇ ਜਿਹੜੇ ਜਹਾਜ਼ ਨੇ ਉੱਥੇ ਉਹ ਪਹੁੰਚ ਗਏ ਨੇ, ਤੇ ਸ਼੍ਰਿੰਗਲਾ ਉਹਨਾਂ ਦਾ ਇਹ ਕਹਿਣਾ ਕਿ 60% ਜਿਹੜੇ ਇੰਡੀਅਨ ਸੀਗੇ ਅਸੀਂ ਇਵੈਕੂਏਟ ਕਰ ਲਏ ਨੇ, 40% ਰਹਿੰਦੇ ਨੇ, ਔਰ ਉਹ ਕੁਝ ਲੋਕੀ ਜਿਹੜੇ ਹੈਗੇ ਆ ਉਹ ਹਾਈ ਕੌਨਫਲਿਕਟ ਜ਼ੋਨ ਦੇ ਵਿੱਚ ਨੇ, ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਪਰ ਵਾਸੂ ਜੀ ਗੱਲ ਇਹ ਹੈ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅੰਬੈਸੀ ਨੇ ਕਿਹਾ ਤੁਸੀਂ ਪਹੁੰਚ ਜਾਓ, ਹੁਣ ਸ਼ੈਲਿੰਗ ਉੱਪਰੋਂ ਤਾਂ ਉੱਥੇ ਰਾਕਟ ਤੇ ਮਿਸਾਈਲਾਂ ਬੰਬ ਤਾਂ ਉੱਥੇ ਮੀਂਹ ਵਾਂਗੂ ਵਰ ਰਹੇ ਆ, ਉਹ ਨਿਕਲ ਕੇ ਕਿਹੜੇ ਪਾਸੇ ਨੂੰ ਜਾਣ ਸਟੂਡੈਂਟ? ਇੰਟਰਨੈਸ਼ਨਲ ਆਈ ਥਿੰਕ ਕਮਿਊਨਿਟੀ ਦਾ ਹੁਣ ਇਸ ਵੇਲੇ ਫਰਜ਼ ਬਣਦਾ ਕਿ ਯੂਕਰੇਨ ਔਰ ਰਸ਼ੀਆ ਦੇ ਉੱਤੇ ਜ਼ੋਰ ਪਾਉਣ ਕੇ ਉਹ ਕਿਸੇ ਲੈਵਲ ਦੀ ਸੀਜ਼ ਫਾਇਰ ਕਰਨ, ਤਾਂ ਕਿ ਹਿਊਮੈਨਿਟੇਰੀਅਨ ਏਡ ਜਿਹੜੀ ਹੈ ਕਮ ਸੇ ਕਮ ਖਾਣਾ, ਫੂਡ, ਪਾਣੀ, ਮੈਡੀਸਿਨਸ, ਔਰ ਜਿਨ੍ਹਾਂ ਨੇ ਇਵੈਕੂਏਟ ਹੋਣਾ ਜਿਹੜੇ ਫੋਰਨ ਨੈਸ਼ਨਲਸ ਨੇ ਉਹਨਾਂ ਨੂੰ ਉਹ ਛੇਤੀ ਹੋ ਜਾਣ। ਕਿਉਂਕਿ ਸਾਡੇ ਸਾਹਮਣੇ ਬੇਸ਼ੱਕ ਟੈਨਸ਼ਨਸ ਬੜੀ ਦੇਰ ਦੀਆਂ ਬਣ ਰਹੀਆਂ ਸੀ, ਪਰ ਲੋਕਾਂ ਦੇ ਇਹ ਨਹੀਂ ਸੀ ਮਨਾਂ ਦੇ ਵਿੱਚ ਕਿ ਇਹ ਲੜਾਈ ਇੰਨੀ ਛੇਤੀ ਤੇ ਐਡੇ ਪੱਧਰ ਦੀ ਹੋ ਜਾਏਗੀ। ਸੋ ਲੋਕਾਂ ਨੇ ਥੋੜੀ ਜਿਹੀ ਲੈਵਲ ਦੇ ਉੱਤੇ ਸੋਚਿਆ ਸੀ। ਸੋ ਇਹਦੇ ਵਿੱਚ ਇੱਕ ਹੋਰ ਵੀ ਗੱਲ ਆ ਰਹੀ ਆ ਵਾਸੂ ਜੀ, ਇੱਥੇ ਮੈਂ ਰਿਪੋਰਟਸ ਦੇਖ ਰਿਹਾ ਸੀ ਕਿ ਈਵਨ ਉੱਥੇ ਜਿਹੜੇ ਅਦਾਰੇ ਨੇ ਉਹਨਾਂ ਨੇ ਵੀ, ਈਵਨ ਇੰਡੀਅਨ ਐਮਬੈਸੀ ਨੇ ਵੀ ਇੱਕ ਥੋੜਾ ਜਿਹਾ
ਜਿਹਨੂੰ ਕਹਿੰਦੇ ਆ ਚਲਤਾ ਹੈ ਐਟੀਟਿਊਡ ਰੱਖਿਆ ਸੀ ਤੇ ਪ੍ਰੋਪਰ ਅਸੈਸਮੈਂਟ ਨਹੀਂ ਹੋ ਸਕੀ। ਹੁਣ ਬੇਸ਼ੱਕ 4 ਮੰਤਰੀ ਭੇਜੇ ਨੇ, ਉੱਥੇ ਇਵੈਕੂਏਸ਼ਨ ਹੋ ਰਹੀ ਹੈ। ਹੋਰ ਜਹਾਜ਼ ਜਿਹੜੇ ਪ੍ਰਾਈਵੇਟ 에ਅਰਲਾਈਨ ਦੇ ਜਹਾਜ਼ ਵੀ ਸਰਕਾਰ ਨੇ ਰਿਕੁਇਜ਼ੀਸ਼ਨ ਕਰ ਲਏ ਨੇ ਤੇ ਉਹਨਾਂ ਨੂੰ ਉੱਥੋਂ ਇਵੈਕੂਏਟ ਕਰਨ ਦਾ ਪ੍ਰੋਗਰਾਮ ਚੱਲਣਾ ਸ਼ੁਰੂ ਹੋ ਗਿਆ। ਉਹ ਵਾਇਆ ਪੋਲੈਂਡ ਹੈ, ਹੰਗਰੀ ਹੈ, ਮੋਲਡੋਵਾ ਹੈ, ਸਲੋਵਾਕੀਆ ਦਾ ਵੀ ਯੂਜ਼ ਕੀਤਾ ਜਾ ਰਿਹਾ। ਰੂਸ ਵੀ ਕਹਿੰਦੇ ਜੀ ਉਹਦੇ ਵਿੱਚ ਹੈਲਪ ਕਰਨ ਦੇ ਵਾਸਤੇ ਅੱਗੇ ਆਇਆ। ਪੰਦੇਰ ਸਾਹਿਬ, ਹੁਣ ਜਦੋਂ ਫੋਨ ਤੇ ਗੱਲਬਾਤ ਹੋਈ ਹੈ ਨਰਿੰਦਰ ਮੋਦੀ ਦੀ ਤੇ ਵਲਾਦੀਮਿਰ ਪੁਤਿਨ ਦੀ, ਪੁਤਿਨ ਨੇ ਮੋਦੀ ਨੂੰ ਇਹ ਕਿਹਾ, ਕਹਿੰਦੇ ਕਿ ਯੂਕਰੇਨ ਵੱਲੋਂ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਬੰਦੀ ਬਣਾਇਆ ਗਿਆ ਤੇ ਉਹਨਾਂ ਨੂੰ ਹਿਊਮਨ ਸ਼ੀਲਡਸ ਵਜੋਂ ਵਰਤਿਆ ਜਾ ਰਿਹਾ, ਪਰ ਭਾਰਤ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਕਹਿਣਾ ਵੀ ਕੋਈ ਵੀ ਭਾਰਤੀ ਸਟੂਡੈਂਟ ਬੰਦਕ ਨਹੀਂ ਬਣਾਇਆ ਗਿਆ, ਉਹਨੂੰ ਹੌਸਟੇਜ ਨਹੀਂ ਲਿਆ ਗਿਆ। ਸੋ ਇਹਦੀ ਅਸਲੀਅਤ ਕੀ ਹੈ ਜੀ? ਵਾਸੂ ਜੀ, ਕੱਲ ਫੇਰ ਪ੍ਰਧਾਨ ਮੰਤਰੀ ਮੋਦੀ ਔਰ ਰੂਸੀ ਜਿਹੜੇ ਹੈਗੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਆਪਸ ਦੀ ਫੋਨ ਤੇ ਗੱਲ ਹੋਈ ਆ ਜੀ। ਭਾਰਤ ਦੇ ਵਿੱਚ ਜਿਸ ਲੈਵਲ ਦਾ ਪ੍ਰੈਸ਼ਰ ਪੈ ਰਿਹਾ ਸਰਕਾਰ ਦੇ ਉੱਪਰ ਕਿ ਜੀ ਤੁਸੀਂ ਇਹਨਾਂ ਨੂੰ ਆਪਣੇ ਸਟੂਡੈਂਟਸ ਨੂੰ ਛੇਤੀ ਤੋਂ ਛੇਤੀ ਇਵੈਕੂਏਟ ਕਰੋ, ਤਾਂ ਪ੍ਰਧਾਨ ਮੰਤਰੀ ਮੋਦੀ ਦਾ ਔਰ ਯੂਪੀ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਜੇ ਕੋਈ ਨੁਕਸਾਨ ਉੱਥੇ ਹੁੰਦਾ, ਫਾਈਨਲ ਜਿਹੜੀ ਹੈਗੇ ਫੇਜ਼ਸ ਦੇ ਵਿੱਚ ਯੂਪੀ ਦੀਆਂ ਚੋਣਾਂ ਨੇ ਔਰ ਉਹਦੇ ਤੇ ਬੀਜੇਪੀ ਨੂੰ ਔਰ ਕੇਂਦਰ ਸਰਕਾਰ ਨੂੰ ਔਰ ਮੋਦੀ ਉਹਨਾਂ ਨੂੰ ਇਹ ਕਾਫੀ ਫਿਕਰ ਹੋਣਾ ਕਿ ਉਹਦਾ ਅਸਰ ਚੋਣਾਂ ਤੇ ਵੀ ਹੋ ਸਕਦਾ। ਸੋ ਉਹਨਾਂ ਨੇ ਇੱਕ ਵਾਰੀ ਫੇਰ ਗੱਲ ਕੀਤੀ, ਪਰ ਪੁਤਿਨ ਉਹਨਾਂ ਦਾ ਇਹ ਕਹਿਣਾ ਹੈ ਕਿ ਔਰ ਉਹਨਾਂ ਨੇ ਜਿਹੜੀ ਰਸ਼ੀਆ ਦੀ ਮਿਨਿਸਟਰੀ ਆਫ ਡਿਫੈਂਸ ਹੈ ਉਹਨਾਂ ਨੇ ਇਹ ਕਿਹਾ, ਪੁਤਿਨ ਉਹਨਾਂ ਨੇ ਦੱਸਿਆ ਕਿ ਬਹੁਤ ਉਹ ਤਿਆਰ ਨੇ, ਰਸ਼ੀਆ ਵੀ ਇਵੈਕੂਏਟ ਕਰਨ ਨੂੰ ਤਿਆਰ ਹੈ ਇੰਡੀਅਨ ਸਟੂਡੈਂਟਸ ਨੂੰ ਖਾਰਕਿਵ ਔਰ, ਪਰ ਜਿਹੜੀਆਂ ਯੂਕਰੇਨੀਅਨ ਫੋਰਸਿਸ ਨੇ ਉਹਨਾਂ ਨੇ ਉਹਨਾਂ ਨੂੰ ਡਿਟੇਨ ਕੀਤਾ ਹੋਇਆ। ਤੇ ਉਹਨਾਂ ਨੇ ਇਹ ਸੀਗਾ ਜੀ ਇੱਕ ਬਹੁਤ ਵੱਡਾ ਉਹਨਾਂ ਦਾ ਕਹਿਣ ਦਾ ਮਤਲਬ ਉਹਨਾਂ ਦੀ ਇਨਫੋਰਮੇਸ਼ਨ ਹੈ ਕਿ ਖਾਰਕਿਵ ਦੇ ਵਿੱਚ ਇੱਕ ਇਕੱਲੇ ਇੰਡੀਅਨ ਨਹੀਂ, ਹੋਰ ਵੀ ਜਿਹੜੇ ਫੋਰਨ ਸਟੂਡੈਂਟਸ ਨੇ ਉਹਨਾਂ ਨੂੰ ਉੱਥੇ ਰੋਕਿਆ ਹੋਇਆ ਔਰ ਉਹ ਸਟੂਡੈਂਟਸ ਉੱਥੋਂ ਨਿਕਲ ਕੇ, ਖਾਰਕਿਵ ਤੋਂ ਨਿਕਲ ਕੇ ਕੋਈ ਬੈਲਗਰੋਡ ਇੱਕ ਜਗ੍ਹਾ ਹੈ ਉੱਥੇ ਜਾਣਾ ਚਾਹੁੰਦੇ ਆ, ਪਰ ਉਹਨਾਂ ਨੂੰ ਰੋਕਿਆ ਹੋਇਆ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਟੂਡੈਂਟਸ ਨੇ ਜ਼ਿਆਦਾਤਰ ਇੰਡੀਆ, ਪਾਕਿਸਤਾਨ ਔਰ ਚਾਈਨਾ ਦੇ ਸਟੂਡੈਂਟਸ ਨੇ ਜਿਹੜੇ ਹੈਗੇ ਆ ਔਰ ਉਧਰਲੇ ਹੈਗੇ, ਪਰ ਇਹਦਾ ਰਿਐਕਸ਼ਨ ਜਿਹੜਾ ਯੂਕਰੇਨ ਵੱਲੋਂ ਇਹ ਆਇਆ ਕਿ ਇੰਡੀਆ, ਪਾਕਿਸਤਾਨ ਤੇ ਚਾਈਨਾ ਜਿਹੜੇ ਇਕੱਲੇ ਸਟੂਡੈਂਟਸ ਨਹੀਂ, ਪੂਰੇ ਦੇ ਪੂਰੇ ਮੁਲਕ ਹੀ ਰੂਸ ਦੇ ਹੋਸਟੇਜ ਬਣ ਚੁੱਕੇ ਆ ਤੇ ਰਸ਼ੀਅਨ ਐਗਰੈਸ਼ਨ ਦੇ ਸਾਹਮਣੇ ਗੋਡੇ ਟੇਕ ਚੁੱਕੇ। ਸੋ ਇਹ ਰੇੜਕਾ ਇੱਕ ਪਾਸੇ ਤਾਂ ਬਣਿਆ ਹੈ, ਦੂਸਰੇ ਪਾਸੇ ਇੱਕ ਖਬਰ ਮੈਂ ਕਸ਼ਮੀਰ ਆਬਜ਼ਰਵਰ ਹੈ ਜੀ ਅਖਬਾਰ, ਉਹਦੇ ਦੇਖ ਰਿਹਾ ਸੀ, ਉਹਦੇ ਵਿੱਚ ਵੀ ਇੱਕ ਕਸ਼ਮੀਰੀ ਸਟੂਡੈਂਟ ਦੀ ਆਈ ਹੈ ਕਿ ਉਹਨਾਂ ਨੂੰ ਨਿਕਲਣ ਤੋਂ ਇੱਕ ਤਰੀਕੇ ਦੇ ਨਾਲ ਹੋਸਟੇਜ ਇਸ ਤਰ੍ਹਾਂ ਬਣੇ ਹੋਏ ਨੇ, ਕੋਈ ਇਹ ਤਾਂ ਨਹੀਂ ਹੈ ਕਿ ਕੋਈ ਬੰਦੂਕ ਤਾਣੀ ਹੋਈ ਹੈ। ਜਿਹੜੀਆਂ ਯੂਨੀਵਰਸਿਟੀਜ਼ ਨੇ ਜਾਂ ਜਿਹੜੇ ਵਿਦਿਅਕ ਅਦਾਰਿਆਂ ਦੇ ਵਿੱਚ ਉਹਨਾਂ ਨੇ ਐਡਮਿਸ਼ਨਸ ਲਈਆਂ ਨੇ ਔਰ ਉਹਦੇ ਵਿੱਚ ਉਹ ਕਹਿੰਦੇ ਨੇ ਜੀ ਕਿ ਯੂਕਰੇਨ ਦੀਆਂ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੂੰ ਇਹ ਕਹਿ ਰਹੇ ਕਿ ਜੇ ਤੁਸੀਂ ਆਪਣਾ ਛੱਡ ਕੇ ਗਏ ਤੇ ਜਾਂ ਵਿੱਚ ਫਿਰ ਇਮਤਿਹਾਨ ਨਹੀਂ ਦਿੱਤਾ ਜਾਊਗਾ, ਤੁਹਾਡਾ ਸਾਲ ਰਿਪੀਟ ਹੋਊਗਾ, ਤੁਹਾਨੂੰ ਫੀਸਾਂ ਦੇਣੀਆਂ ਪੈਣਗੀਆਂ, ਫਾਈਨ ਲੱਗਣੇ ਪੈਣਗੇ। ਕਈ ਤਾਂ ਇਹ ਕਹਿ ਰਹੇ ਤੁਹਾਨੂੰ ਅਸੀਂ ਐਕਸਪੈਲ ਕਰ ਦਿਆਂਗੇ, ਕਈ ਫਾਈਨਲ ਈਅਰ ਦੇ ਸਟੂਡੈਂਟਸ ਨੇ ਉਹ ਇਹ ਕਹਿ ਰਹੇ ਉਹਨਾਂ ਨੂੰ ਐਕਸਪੈਲ ਹੀ ਕੀਤਾ ਜਾਊਗਾ। ਪਰ ਇਹਦੇ ਨਾਲ ਜਿਹੜਾ ਅਮਰੀਕਾ ਦਾ US ਸਟੇਟ ਡਿਪਾਰਟਮੈਂਟ ਹੈ, ਜਿਹੜਾ ਡਿਪਾਰਟਮੈਂਟ ਆਫ ਸਟੇਟ ਹੈ, ਉਹਨਾਂ ਨੇ ਕਿਹਾ ਜੀ ਜਿਹੜਾ ਰਸ਼ੀਆ ਦਾ ਇਹ ਇਲਜ਼ਾਮ ਹੈ ਕਿ ਜੀ ਇਹ ਸਾਰੇ ਦਾ ਸਾਰਾ ਹੋਸਟੇਜ ਵਾਲਾ ਇਹ ਰਸ਼ੀਅਨ ਡਿਸਇਨਫੋਰਮੇਸ਼ਨ ਕੈਂਪੇਨ ਹੈ ਤੇ ਧਿਆਨ ਭਟਕਾਉਣ ਦੀ ਗੱਲ ਹੈ ਕਿ USA ਨੇ ਕਿਹਾ ਕਿ ਉਹਨਾਂ ਦੀ ਜਿਹੜੀ ਆਪਣੀ ਇੰਟੈਲੀਜੈਂਸ ਇਨਪੁਟਸ ਨੇ ਉਹਦੇ ਵਿੱਚ ਹਾਲੇ ਤੱਕ ਕਿਤੇ ਵੀ ਹਿਊਮਨ ਸ਼ੀਲਡ ਨੂੰ ਯੂਜ਼ ਕਰਨ ਦਾ ਕੋਈ ਇਨਫੋਰਮੇਸ਼ਨ ਨਹੀਂ ਹੈਗੀ। ਇਹ ਕਿੱਥੇ ਤੱਕ ਹੁਣ ਸੱਚ ਆਉਂਦੀ ਹੈ, ਕਿਉਂਕਿ ਵਾਸੂ ਵੀ ਸਾਨੂੰ ਪਤਾ ਕਿ ਇੱਕ ਤਾਂ ਜੰਗ ਜ਼ਮੀਨ ਤੇ ਲੜੀ ਜਾਂਦੀ ਹੈ ਜਿਹੜੀ ਹਥਿਆਰਾਂ ਨਾਲ ਲੜੀ ਜਾਂਦੀ ਹੈ, ਕਿਉਂਕਿ ਇਹ ਅਸੀਂ ਇੰਟਰਨੈਟ ਦਾ ਜ਼ਮਾਨਾ ਹੈ, WhatsApp ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ। ਉਹਦੇ ਦੂਸਰੀ ਜੰਗ ਜਿਹੜੀ ਹੈ ਉਹ ਇਨਫੋਰਮੇਸ਼ਨ ਦੀ ਜੰਗ ਹੁੰਦੀ ਹੈ, ਪ੍ਰੋਪੇਗੈਂਡਾ ਦਾ ਵਾਰ ਹੁੰਦਾ। ਪ੍ਰੋਪੇਗੈਂਡਾ ਦੀ ਵਾਰ ਤਾਂ ਦੂਸਰੀ ਵਿਸ਼ਵ ਯੁੱਧ ਵੇਲੇ ਵੀ ਹਿਟਲਰ ਨੇ ਆਪਣਾ ਗੋਬਲਸ ਨੂੰ ਲਗਾਇਆ ਹੈ ਸੀ ਕਿ ਪ੍ਰੋਪੇਗੈਂਡਾ ਇੰਨਾ ਵਧਾ ਦਿਓ। ਸੋ ਇਹ ਕਿਹੜੀ ਦਾ ਪ੍ਰੋਪੇਗੈਂਡਾ ਹੁਣ ਚੱਲ ਰਿਹਾ, ਕਿਉਂਕਿ ਕਿਸੇ ਟਾਈਮ ਤੇ ਰੂਸ ਤੇ ਯੂਕਰੇਨ ਇੱਕੋ ਹੀ ਸੀਗੇ, ਉਹਨਾਂ ਦੀਆਂ ਕੰਮ ਕਰਨ ਦੇ ਤਰੀਕੇ ਵੀ ਕਾਫੀ ਰਲਦੇ ਹੀ ਨੇ। ਹੁਣ ਕੌਣ ਸੱਚ ਬੋਲ ਰਿਹਾ ਕੌਣ ਨਹੀਂ, ਜਿਹੜਾ ਅਫਰਾ ਤਫਰੀ ਦੇ ਮਾਹੌਲ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ, ਜੈਨੂਇਨ ਇਨਫੋਰਮੇਸ਼ਨ, ਉਹ ਬਹੁਤ ਵੱਡੀ ਲਾਇਬਿਲਿਟੀ ਬਣ ਜਾਂਦੀ ਹੈ। ਪੰਦੇਰ ਸਾਹਿਬ, ਜਦੋਂ ਪੰਜਾਬ ਦੇ ਵਿੱਚ ਚੋਣਾਂ ਹੋਈਆਂ
ਉਦੋਂ ਅਸੀਂ ਵੇਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਬੈਕ ਟੂ ਬੈਕ 3-4 ਦਿਨ ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਸੀ ਤੇ ਹੁਣ ਯੂਪੀ ਦੇ ਵਿੱਚ 6ਵੇਂ ਤੇ 7ਵੇਂ ਗੇੜ ਦੀ VOTING ਹੋਣੀ ਆ 3 ਮਾਰਚ ਨੂੰ ਤੇ ਫਿਰ 7 ਮਾਰਚ ਨੂੰ। ਹੁਣ ਨਰਿੰਦਰ ਮੋਦੀ ਕਹਿੰਦੇ ਵਾਰਾਣਸੀ ਆਪਣਾ ਡੇਰਾ ਬਣਾਉਣਗੇ 3 ਦਿਨਾਂ ਲਈ। ਸੋ ਲਗਾਤਾਰ 3 ਦਿਨ ਵਾਰਾਣਸੀ 'ਚ ਰਹਿਣਗੇ ਪ੍ਰਧਾਨ ਮੰਤਰੀ। ਬਿਲਕੁਲ ਵਾਸੂ ਜੀ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਯੂਪੀ ਦੀਆਂ ਚੋਣਾਂ ਕਿੰਨੀਆਂ ਗਹਿ-ਗੱਚ ਮੁਕਾਬਲਾ ਹੋਇਆ। ਜਿਹੜੇ ਪਹਿਲੇ ਫੇਜ਼ ਦੀਆਂ ਚੋਣਾਂ ਸੀ ਉਹਦੇ ਵਿੱਚ, ਜਿਹੜੇ ਪਹਿਲੇ 3 ਜਾਂ 4 ਫੇਜ਼ਸ ਦੀਆਂ ਚੋਣਾਂ ਸੀ ਉਹਦੇ 'ਚ ਇਹ ਜਿਹੜੇ ਅਨੁਮਾਨ ਲਗਾਏ ਜਾ ਰਹੇ ਨੇ ਕਿ ਕਿਸਾਨਾਂ ਦਾ ਜਿਹੜਾ ਜੋਰ ਸੀ, ਖਾਸ ਤੌਰ ਤੇ ਜਿਹੜੇ ਪੇਂਡੂ ਇਲਾਕੇ ਨੇ ਉਹਨਾਂ ਵਿੱਚ ਕਾਫੀ ਦੇਖਿਆ ਗਿਆ ਔਰ ਬੀਜੇਪੀ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ। ਸਾਡੇ ਕੋਲੇ ਕੋਈ ਪੁਖਤਾ ਜਾਣਕਾਰੀ ਤਾਂ ਨਹੀਂ ਹੈ, ਇਹ ਸਾਰੀਆਂ ਨਿਊਜ਼ ਰਿਪੋਰਟਸ ਵਾਲੇ ਪਾਸਿਓਂ ਔਰ ਸਰਵੇਜ਼ ਦੀਆਂ ਰਿਪੋਰਟਸ ਤੋਂ ਅਸੀਂ ਦੱਸ ਰਹੇ ਹਾਂ, ਕਹਿ ਰਹੇ ਹਾਂ, ਆਪਣੇ ਸਰੋਤਿਆਂ ਨਾਲ ਇਹ ਸਾਂਝਾ ਕਰ ਰਹੇ ਹਾਂ। ਪਰ ਗੱਲ ਤਾਂ ਸਾਹਮਣੇ ਆ ਰਹੀ ਹੈ ਕਿ ਇਸ ਨੂੰ ਪੁਸ਼ਟੀ ਤਾਂ ਮਿਲਦੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਆਪਣੀ ਕਨਸਟੀਟੂਐਂਸੀ ਵਾਰਾਣਸੀ, ਜਿਹਦੇ ਵਿੱਚ 8 ਅਸੈਂਬਲੀ ਹਲਕੇ ਪੈਂਦੇ ਆ, ਉੱਥੇ ਜਾ ਕੇ 3 ਦਿਨ ਵਾਸਤੇ ਆਪਣਾ ਵਾਸ ਕਰਨਗੇ ਤੇ ਉੱਥੇ ਬੈਠ ਕੇ ਇਹ ਗੱਲ ਕਰਨਗੇ ਕਿ ਜੀ ਉਹ ਕੈਂਪੇਨ ਨੂੰ ਲੀਡ ਕਰਨਗੇ, ਕਿਸ ਤਰ੍ਹਾਂ ਲੀਡ ਕੀਤਾ ਜਾਵੇ। ਔਰ ਜਿਹੜਾ ਹੈ ਅੱਜ ਉੱਥੇ ਮਮਤਾ ਬੈਨਰਜੀ ਨੇ ਔਰ ਅਖਿਲੇਸ਼ ਯਾਦਵ ਨੇ ਵਾਰਾਣਸੀ ਦੇ ਵਿੱਚ ਰੈਲੀ ਕਰਨੀ ਆ। ਸੋ ਜਿਹੜੀ ਸਾਰੇ ਦਾ ਸਾਰਾ ਸਿਲਸਿਲਾ ਜਿਹੜਾ ਹੈ ਉਹ ਕੱਲਾ ਪ੍ਰਧਾਨ ਮੰਤਰੀ ਮੋਦੀ ਤੇ ਨਹੀਂ ਰਹਿੰਦਾ। ਯੂਨੀਅਨ ਜਿਹੜੇ ਹੋਮ ਮਿਨਿਸਟਰ ਨੇ ਉਹ ਜਿਹੜੇ ਸੀਗੇ ਜੀ ਉਹ ਵੀ ਉੱਥੇ 2 ਦਿਨ ਲਾ ਕੇ ਗਏ ਆ ਤੇ ਯੂਨੀਅਨ ਮਿਨਿਸਟਰ ਵੀ ਨੇ ਬੀਜੇਪੀ ਦੇ ਯੂਪੀ ਦੇ ਇੰਚਾਰਜ ਨੇ ਧਰਮਿੰਦਰ ਪ੍ਰਧਾਨ, ਉਹ ਉੱਥੇ 1 ਹਫ਼ਤੇ ਵਾਸਤੇ ਬੈਠੇ ਆ ਤੇ ਜੇਪੀ ਨੱਡਾ ਤਾਂ ਆਉਂਦੇ ਜਾਂਦੇ ਰਹਿੰਦੇ ਆ। ਉਹਨਾਂ ਨੇ ਕਾਫੀ ਵੱਡਾ ਇੱਕ ਕੈਂਪੇਨ ਸਟਾਰਟ ਕੀਤਾ ਹੋਇਆ ਕਿ ਪੂਰਾ ਜਿਹੜੇ ਫਰੰਟਲ ਆਰਗੇਨਾਈਜੇਸ਼ਨਸ ਨੇ ਜਾਂ ਅਲਾਈਡ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਉੱਥੇ ਰੋਡ ਸ਼ੋਅ ਕੀਤੇ ਜਾ ਰਿਹਾ, ਰੋਡ ਮਾਰਚ ਕੀਤੇ ਜਾ ਰਿਹਾ, ਤਾਂ ਕਿ ਪ੍ਰਧਾਨ ਮੰਤਰੀ ਦੀ ਇਹ ਕਨਸਟੀਟੂਐਂਸੀ ਦੇ ਵਿੱਚ ਸਾਖ ਜਿਹੜੀ ਹੈਗੀ ਆ ਬੀਜੇਪੀ ਦੀ ਬਣੀ ਰਹੇ। ਔਰ ਇਹਦੇ ਵਿੱਚ ਪੂਰਾ ਮੈਸੇਜ ਦਿੱਤਾ ਜਾ ਰਿਹਾ ਕਿ 2017 ਦੀਆਂ ਚੋਣਾਂ ਵਾਂਗੂ ਕਿ ਜਿਸ ਤਰ੍ਹਾਂ ਉਸ ਵੇਲੇ 8 ਦੇ ਵਿੱਚੋਂ 8 ਬੀਜੇਪੀ ਨੇ ਜਿੱਤੀਆਂ ਸੀ, 6 ਬੀਜੇਪੀ ਨੂੰ ਗਈਆਂ ਸੀ, 2 ਉਹਨਾਂ ਦੇ ਅਲਾਈਜ਼ ਨੂੰ ਗਈਆਂ ਸੀ। ਸੋ ਹੁਣ ਵੀ ਉਹੋ ਜਿਹੀਆਂ ਹੀ ਚਾਹੀਦੀਆਂ ਨੇ। ਸੋ ਯੋਗੀ ਆਦਿੱਤਿਆਨਾਥ ਦੀ ਵੀ ਸਾਖ ਉੱਥੇ ਬਣੀ ਹੋਈ ਆ, ਪੂਰੀ ਤਾਲ ਤੇ ਲੱਗੀ ਹੋਈ ਆ ਸਾਰੇ ਪਾਸੇ। ਈਵਨ ਯੋਗੀ ਆਦਿੱਤਿਆਨਾਥ ਦੀਆਂ ਵੀ ਵੋਟਾਂ ਪੈਣੀਆਂ ਨੇ। ਬਹੁਤ ਵੱਡੇ ਦਿੱਗਜ ਜਿਹੜੇ ਲੀਡਰ ਨੇ ਉਹਨਾਂ ਦੀਆਂ ਸਾਰਿਆਂ ਦੀਆਂ ਵੋਟਾਂ ਪੈਣੀਆਂ ਨੇ ਉੱਥੇ ਹੁਣ ਇਹਨਾਂ ਰਾਊਂਡ ਦੇ ਵਿੱਚ। ਸੋ ਜਿਹੜਾ ਪੂਰਾ ਜ਼ੋਰ ਲੱਗਿਆ ਹੈ, ਕੱਲਾ ਇੰਨਾ ਹੀ ਨਹੀਂ, ਜਿਹੜੀ RSS ਦੀ ਟੋਟਲ ਜਿਹੜਾ ਸਿਸਟਮ ਹੈ ਉਹ ਵੀ ਉੱਥੇ ਹੁਣ ਉਹ ਆਪਣਾ ਐਕਟਿਵ ਹੋ ਗਿਆ ਵਾਰਾਣਸੀ 'ਚ। ਉਹ ਕਿਸ ਤਰ੍ਹਾਂ ਆਪਣਾ ਹੁਣ ਇਹਦੇ ਨਤੀਜੇ ਜਿਹੜੇ ਹੈਗੇ ਆ, ਹਾਈ ਪ੍ਰੋਫਾਈਲ ਇੱਕ ਕਨਸਟੀਟੂਐਂਸੀ ਆ ਵਾਰਾਣਸੀ ਦੇ ਵਿੱਚ, ਜਿਹੜੀਆਂ 8 ਕਨਸਟੀਟੂਐਂਸੀਆਂ ਨੇ ਉਹਦੇ ਵਿੱਚ ਲੋਕਾਂ ਦੀ ਜਿਹੜਾ ਹੈ ਆਪਣੀ ਸਰਕਾਰ ਦੇ ਨਾਲ ਕਿੰਨੀ ਕੁ ਦਿਲਚਸਪੀ ਆ, ਕਿੰਨੇ ਕੁ ਉਹਦੇ ਨਾਲ ਇਤਫਾਕ ਰੱਖਦੇ ਨੇ, ਉਹ ਸਾਨੂੰ 10 ਤਰੀਕ ਨੂੰ ਬਿਲਕੁਲ ਸਾਹਮਣੇ ਆਊਗਾ ਜੀ। ਪੰਦੇਰ ਸਾਹਿਬ, ਬਿਕਰਮ ਮਜੀਠੀਆ ਇਸ ਵੇਲੇ ਜੇਲ੍ਹ 'ਚ ਨੇ ਤੇ ਟ੍ਰਿਬਿਊਨ ਅਖਬਾਰ ਵੱਲੋਂ ਇਹ ਖਬਰ ਛਾਪੀ ਗਈ ਸੀ ਕਿ ਮਜੀਠੀਆ ਦੇ ਨਾਲ ਨਰਮੀ ਵਰਤੀ ਜਾ ਰਹੀ ਹੈ ਕਿ 3 ਦਿਨਾਂ ਦੇ ਵਿੱਚ ਉਹਨਾਂ ਨੂੰ 3 ਵਾਰ ਮੁਲਾਕਾਤਾਂ ਕਰਨ ਦਾ ਮੌਕਾ ਦਿੱਤਾ ਗਿਆ। ਪਰ ਹੁਣ ਮੈਂ ਦੇਖ ਰਿਹਾ ਸੀ ਕਿ ਟ੍ਰਿਬਿਊਨ ਨੇ ਵੀ ਉਹ ਜਿਹੜੀ ਖਬਰ ਹੈ ਉਹ ਆਪਣੀ ਵੈਬਸਾਈਟ ਤੋਂ ਡਿਲੀਟ ਕਰ ਦਿੱਤੀ ਹੈ। ਵਾਸੂ ਜੀ, ਮੀਡੀਆ ਦੇ ਉੱਪਰ ਤਾਂ ਕਾਫੀ ਪ੍ਰੈਸ਼ਰ ਪੈਂਦੇ ਆ। 3 ਤਾਂ ਬਿਲਕੁਲ ਜਿਹੜੀਆਂ ਹੈਗੀਆਂ ਨੇ ਮੁਲਾਕਾਤਾਂ ਸਾਹਮਣੇ ਹੀ ਨੇ ਪਿਛਲੇ ਹਫ਼ਤੇ ਦੀਆਂ। ਇੱਕ ਵਾਰੀ ਸੁਖਬੀਰ ਬਾਦਲ ਹੋਣੀ ਮਿਲੇ, ਇੱਕ ਵਾਰੀ ਇੱਕ ਵਫਦ ਬੀਬੀ ਜਗੀਰ ਕੌਰ ਉਹਨਾਂ ਦੀ ਲੀਡਰਸ਼ਿਪ ਹੇਠ ਮਿਲਿਆ, ਫਿਰ ਕੁਝ ਉਹਨਾਂ ਦੇ ਰਿਸ਼ਤੇਦਾਰ ਵੀ ਮਿਲੇ ਇੱਕ ਵਾਰੀ। 3 ਤਾਂ ਮੁਲਾਕਾਤਾਂ ਸਾਹਮਣੇ ਹੀ ਨੇ ਜੀ। ਸੋ ਪ੍ਰੈਸ਼ਰ ਪੈ ਜਾਂਦਾ ਜੀ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ, ਜਾਂ ਇਹਦੇ 'ਚ ਹੋਰ ਕੋਈ ਸੋਧ ਹੋਣੀ ਹੈ, ਕੀ ਪਤਾ ਮੀਟਿੰਗਸ ਇਸ ਤੋਂ ਵੀ ਜ਼ਿਆਦਾ ਹੋਣ। ਪਰ ਗੱਲ ਤਾਂ ਫਿਰ ਉਹੀ ਆ ਜਾਂਦੀ ਹੈ ਕਿਉਂਕਿ ਵਾਸੂ ਜੀ ਇਹ ਜਿਹੜਾ ਕੇਸ ਆ, ਬੇਸ਼ੱਕ ਬਿਕਰਮ ਮਜੀਠੀਆ ਨੂੰ ਇੱਕ 2018 ਦਾ ਕੇਸ, ਰਾਦਰ ਉਸ ਤੋਂ ਵੀ 2008 ਦਾ ਕੇਸ ਹੈ। ਉਸ ਕੇਸ ਦੇ ਵਿੱਚ ਜਿਹੜਾ ਸੀ ਜਗਦੀਸ਼ ਭੋਲਾ ਜਾਂ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਕੁਝ ਰਿਪੋਰਟਾਂ ਸੀਗੀਆਂ, ਫਿਰ ਉਹਨਾਂ ਦੀਆਂ ਸਾਰੀਆਂ ਸਟੇਟਮੈਂਟਸ ਨੂੰ ਇਕੱਠੀਆਂ ਕਰਕੇ ਹਰਪ੍ਰੀਤ ਸਿੱਧੂ, ਜਿਨ੍ਹਾਂ ਦਾ ਬਿਕਰਮ ਮਜੀਠੀਆ ਕਹਿ ਸਕਦੇ ਆ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੀ ਖੁੰਦਕ ਚੱਲਦੀ ਆ, ਕੋਈ ਲੈਵਲ ਦੇ ਉੱਤੇ ਮਤਭੇਦ ਨੇ, ਉਹਨਾਂ ਨੇ ਇੱਕ ਰਿਪੋਰਟ ਹਾਈ ਕੋਰਟ ਦਿੱਤੀ ਔਰ ਉਸ ਤੋਂ ਸਾਰੇ ਤੋਂ ਬੇਸ ਕਰਕੇ ਸਾਬਕਾ ਜਦੋਂ ਜਿਹੜੇ ਸਿਧਾਰਥ ਚਟੋਪਾਧਿਆਏ ਸੀ, ਜਦੋਂ DGP ਸੀ, ਉਹਨਾਂ ਨੇ ਇੱਕ ਕੇਸ ਆਪ ਖੁਦ ਜਿਹੜਾ ਸੀ ਕੇਸ ਕੀਤਾ ਬਿਕਰਮ ਮਜੀਠੀਆ ਦੇ ਉੱਤੇ ਔਰ ਬੜੀ ਲੰਬੀ ਜਿਹੜੀ ਸੀ ਲੀਗਲ ਜਿਹੜੀ ਸੀ ਗੇੜ ਖਾ ਕੇ
ਬਿਕਰਮ ਮਜੀਠੀਆ ਨੂੰ ਵਾਪਸ ਜੁਡੀਸ਼ੀਅਲ ਕਸਟਡੀ ਦੇ ਵਿੱਚ ਲੋਕਲ ਕੋਰਟ ਨੇ ਭੇਜਤਾ ਸੀ ਤੇ ਉਹ ਵੀ ਸੁਰਖੀਆਂ ਬਣਿਆ। ਹੁਣ ਇਹ ਕਿਹਾ ਜਾ ਰਿਹਾ, ਕਦੇ ਖਬਰ ਆ ਜਾਂਦੀ ਹੈ ਕਿ ਬਿਕਰਮ ਮਜੀਠੀਆ ਨੂੰ ਉੱਥੇ VIP ਟ੍ਰੀਟਮੈਂਟ ਮਿਲ ਰਿਹਾ। ਬੇਸ਼ੱਕ ਬਿਕਰਮ ਮਜੀਠੀਆ ਨੇ ਸਪੈਸ਼ਲ ਫੂਡ ਨੂੰ ਰਿਫਿਊਜ਼ ਕਰਕੇ ਜੇਲ੍ਹ ਦਾ ਖਾਣਾ ਹੀ ਆਪਣਾ ਉਹਨੂੰ ਤਰਜੀਹ ਦਿੱਤੀ ਹੈ। ਸੋ ਦੋ ਚੀਜ਼ਾਂ ਨੇ ਵਾਸੂ ਜੀ ਇਹਦੇ ਵਿੱਚ। ਇੱਕ ਤਾਂ ਕੋਈ ਅੰਡਰ ਟਰਾਇਲ ਹੈ, ਉਹਨੂੰ ਡਿਟੇਨ ਕੀਤਾ ਹੁੰਦਾ, ਉਹ ਕੈਦੀ ਜਿਹੜਾ ਹੈ ਉਹਨੂੰ ਇਸ ਲਈ ਡਿਟੇਨ ਕੀਤਾ ਜਾਂਦਾ ਕਿ ਜਿਹੜੀ ਕੋਈ ਤਫਤੀਸ਼ ਹੈ ਉਹਦੇ ਉੱਪਰ ਉਹ ਅਸਰ ਨਾ ਕਰ ਸਕੇ। ਪਰ ਇਸ ਕੇਸ ਦੇ ਵਿੱਚ ਜਿਹੜਾ ਕੇਸ ਹੀ ਪਿਛਲੇ 16-17 ਸਾਲਾਂ ਦਾ ਪੁਰਾਣਾ ਵਾ, ਉਹਦੀ ਤਫਤੀਸ਼ ਦੇ ਉੱਤੇ ਜਿਹੜੇ ਹੋਰ ਕਿੰਨੇ ਕੁ ਅਸਰ ਪੈ ਸਕਦੇ, ਅਸਰ ਤਾਂ ਪੈ ਗਏ ਹੋਣੇ ਆਲਰੇਡੀ। ਸੋ ਹੁਣ ਇਹ ਹੈ ਕਿ ਜਿਹੜਾ ਅੰਡਰ ਟਰਾਇਲ ਹੁੰਦਾ ਉਹਨੂੰ ਹਫਤੇ ਦੀਆਂ 2 ਮੀਟਿੰਗਸ ਅਲਾਉਡ ਹੁੰਦੀਆਂ ਤੇ ਜਿਹੜਾ ਕਨਵਿਕਟ ਹੁੰਦਾ, ਜਿਹਨੂੰ ਸਜ਼ਾ ਹੋ ਚੁੱਕੀ ਹੁੰਦੀ ਆ, ਉਹਨੂੰ ਹਫਤੇ ਦੀ 1 ਮੁਲਾਕਾਤ ਅਲਾਉਡ ਹੁੰਦੀ ਹੈ। ਸੋ ਇਹਦੇ ਵਿੱਚ 3 ਮੁਲਾਕਾਤਾਂ ਹੋਈਆਂ ਜਾਂ 3 ਤੋਂ ਵੱਧ ਮੁਲਾਕਾਤਾਂ ਹੋਈਆਂ, ਉਹ ਤਾਂ ਮੈਨੂੰ ਪਤਾ ਨਹੀਂ। ਪਰ ਇੱਕ ਵਾਰੀ ਮੈਨੂੰ ਇਹ ਯਾਦ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਔਰ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਜੇਲ੍ਹ 'ਚ ਸਰਕਾਰ ਨੇ ਇਸੇ ਜੇਲ੍ਹ 'ਚ ਬੰਦ ਕੀਤਾ ਸੀ। ਡਿਸਪ੍ਰਪੋਰਸ਼ਨੇਟ ਐਸੈਟਸ ਦਾ ਕੇਸ ਸੀਗਾ ਜੀ ਉਸ ਵੇਲੇ ਤਾਂ ਤੰਤਾ ਹੀ ਲੱਗਿਆ ਰਹਿੰਦਾ ਸੀ। ਉਹ ਸਾਰੇ ਉਸ ਵੇਲੇ ਨਿਯਮ ਜਿਹੜੇ ਸੀ ਉਦੋਂ ਵੀ ਆਈ ਥਿੰਕ ਛਿੱਕੇ ਟੰਗ ਦਿੱਤੇ ਗਏ ਸੀ। ਹੁਣ ਜਿਹੜੀ ਇਹ ਰਿਪੋਰਟ ਹੈ ਜਿਹੜੀ ਟ੍ਰਿਬਿਊਨ ਨੇ ਪਟਿਆਲੇ ਤੋਂ ਕੀਤੀ ਆ, ਉਹਦੇ ਵਿੱਚ ਵੀ ਜ਼ਿਕਰ ਹੈ ਕਿ ਜੇਲ੍ਹ ਅਥਾਰਟੀਜ਼ ਨੂੰ ਪੁੱਛਿਆ, ਕਹਿੰਦੇ ਜੀ ਨਿਯਮ ਤਾਂ ਇਹ ਹੈਗੇ ਆ, ਪਰ ਜਿਹੜਾ ਜੇਲ੍ਹ ਸੁਪਰਿੰਟੈਂਡੈਂਟ ਹੁੰਦੀ ਆ ਉਹਦੀ ਡਿਸਕ੍ਰਿਸ਼ਨਰੀ ਪਾਵਰਸ ਵੀ ਬੜੀਆਂ ਹੁੰਦੀਆਂ ਨੇ। ਉਹ ਆਪਣੀ ਕੈਦੀਆਂ ਦੇ ਵੈਲਫੇਅਰ ਵਾਸਤੇ ਕੋਈ ਵੀ ਜਿਹੜਾ ਹੈਗਾ ਫੈਸਲਾ ਲੈ ਸਕਦੇ ਆ। ਇਹਦੇ ਵਿੱਚ ਕਿਉਂਕਿ ਬਿਕਰਮ ਮਜੀਠੀਆ ਇੱਕ ਵੱਡਾ ਨਾਮ ਹੈ, ਕਦਾਵਰ ਨੇਤਾ ਅਕਾਲੀ ਦਲ ਦਾ। ਬੇਸ਼ੱਕ ਉਹ ਨਾਲ ਉਸਦੇ ਲੋਕੀ ਉਹਨੂੰ ਜਿਹੜੇ ਹੈਗੇ ਨਫ਼ਰਤ ਵੀ ਕਰਦੇ ਆ, ਲੇਕਿਨ ਬਹੁਤ ਸਾਰੇ ਲੋਕੀ ਉਹਦੇ ਮਗਰ ਵੀ ਚੱਲਦੇ ਆ। ਸੋ ਉਹਨੂੰ ਕਈ ਵਾਰੀ ਮੱਦੇ ਨਜ਼ਰ ਰੱਖਦੇ ਹੁੰਦੇ, ਕਿਉਂਕਿ ਅਕਾਲੀ ਦਲ ਨੇ ਜੇਲ੍ਹ ਦੇ ਸਾਹਮਣੇ ਆਲਮੋਸਟ ਇੱਕ ਮੋਰਚਾ ਲਾ ਹੀ ਦਿੱਤਾ ਜਿਹੜਾ ਲੋਕਲ ਯੂਨਿਟ ਹੈ। ਸੋ ਕਈ ਵਾਰੀ ਪ੍ਰੈਸ਼ਰ ਹੇਠ ਆ ਕੇ ਐਡਮਿਨਿਸਟ੍ਰੇਸ਼ਨਸ ਕਰ ਜਾਂਦੀਆਂ ਨੇ। ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਕਿ VIPs ਜਿਹੜੇ ਹੁੰਦੇ ਨੇ, ਜਿਹੜੇ ਵੱਡੇ ਲੀਡਰ ਹੁੰਦੇ ਨੇ, ਉਹਨਾਂ ਵਾਸਤੇ ਕਾਨੂੰਨ ਹੋਰ ਬਣ ਜਾਂਦੇ ਨੇ ਤੇ ਆਮ ਲੋਕਾਂ ਵਾਸਤੇ ਕਾਨੂੰਨ ਹੋਰ ਬਣਦੇ। ਬੰਦੇਰ ਸਾਹਿਬ, ਤੁਸੀਂ ਪਿਛਲੇ ਦਿਨੀ ਇਹ ਖਬਰ ਸਾਂਝੀ ਕੀਤੀ ਸੀ ਕਿ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਚਰਨਜੀਤ ਚੰਨੀ ਕਿਤੇ ਨਜ਼ਰ ਨਹੀਂ ਆ ਰਹੇ ਤੇ ਉਦੋਂ ਫਿਰ ਦੱਸਿਆ ਗਿਆ ਕਹਿੰਦੇ ਮੈਡੀਟੇਸ਼ਨ ਕਰ ਰਹੇ ਨੇ ਕਿਤੇ। ਤੇ ਹੁਣ ਮਨੀਸ਼ ਤਿਵਾੜੀ ਨੇ ਵੀ ਇਹ ਸਵਾਲ ਪੁੱਛਿਆ, ਕਹਿੰਦੇ ਪੰਜਾਬ ਦੇ ਜਿਹੜੇ ਕਾਂਗਰਸ ਦੇ ਆਗੂ ਹੈਗੇ ਕਿੱਥੇ ਨੇ? ਵਾਸੂ ਜੀ, ਇਹ ਤਾਂ ਬਹੁਤ ਹੀ ਵੱਡੀ ਜਿਹੜੀ ਹੈਗੀ ਹੈ ਖਬਰ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ 'ਚ ਵੀ ਕਾਫੀ ਬਣਿਆ ਹੋਇਆ। ਔਰ ਕੱਲੀ ਤਾਂ ਅਸੀਂ ਤਾਂ ਸਾਂਝਾ ਕੀਤਾ ਸੀ ਕਿ ਚਰਨਜੀਤ ਚੰਨੀ ਆਪਣੇ ਪਾਰਟੀ ਪ੍ਰਧਾਨ, ਜਿਹੜੇ ਪੰਜਾਬ ਸੂਬੇ ਦੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਵਾਂਗੂ, ਉਹ ਵੀ ਧਿਆਨ ਜਾਂ ਮੈਡੀਟੇਸ਼ਨ ਵਾਲੇ ਪਾਸੇ ਨੂੰ ਤੁਰ ਪਏ ਨੇ ਤੇ ਉਹਨਾਂ ਨੇ ਕਿਹਾ ਕਿ ਜੀ ਉਹ 5 ਤਰੀਕ ਤੋਂ ਬਾਅਦ ਨਜ਼ਰ ਆਉਣਗੇ। ਸ਼ਾਇਦ ਕੱਲ ਉਹਨਾਂ ਦਾ ਜਨਮ ਦਿਨ ਸੀ ਤੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਆਨਲਾਈਨ ਉਹਨਾਂ ਨੂੰ ਜਾਂ ਫੋਨ ਦੇ ਉੱਤੇ ਮੈਸੇजेस ਗਏ ਹੋਣੇ ਆ। ਤੇ ਅੱਜ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਚੰਨੀ ਉਹਨਾਂ ਨੇ ਕਿਹਾ ਮੇਰਾ ਤਾਂ ਜਨਮ ਦਿਨ ਹੈ ਨਹੀਂ ਸੀ, ਮੈਨੂੰ ਵਧਾਈਆਂ ਐਵੇਂ ਦਿੰਦੇ ਰਹੇ। ਸੋ ਉਹਦਾ ਵੀ ਮਜ਼ਾਕ ਉੱਡ ਰਿਹਾ। ਪਰ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਮਨੀਸ਼ ਤਿਵਾੜੀ, ਜਿਹੜੇ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ MP ਨੇ ਔਰ ਇੱਕ ਕਾਂਗਰਸ ਦੇ ਅੰਦਰ ਜਿਹੜਾ G23 ਗਰੁੱਪ ਹੈ ਜੋ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੇ ਬਾਰੇ ਆਲੋਚਨਾ ਕਰਦਾ ਰਹਿੰਦਾ, ਉਹਦੇ ਵੀ ਮੈਂਬਰ ਨੇ। ਕਿਸੇ ਟਾਈਮ ਤੇ ਮਨੀਸ਼ ਤਿਵਾੜੀ ਗਾਂਧੀ ਪਰਿਵਾਰ ਦੇ ਬਹੁਤ ਨਜ਼ਦੀਕੀ ਹੁੰਦੇ ਸੀ ਔਰ ਕਾਂਗਰਸ ਦੇ ਮੇਨ ਸਪੋਕਸ ਪਰਸਨ ਹੁੰਦੇ ਸੀ, ਜਿਸ ਤਰ੍ਹਾਂ ਅੱਜ ਕੱਲ੍ਹ ਰਣਦੀਪ ਸੁਰਜੇਵਾਲਾ ਨੇ। ਸੋ ਮਨੀਸ਼ ਤਿਵਾੜੀ ਨੇ ਕਿਹਾ ਕਿ ਬਹੁਤ ਵੱਡੇ ਵੱਡੇ ਮਸਲੇ ਸਾਹਮਣੇ ਆ ਗਏ ਨੇ। ਯੂਕਰੇਨ ਦੇ ਵਿੱਚ ਬਹੁਤ ਵੱਡੀ ਤਾਦਾਦ ਪੰਜਾਬੀ ਸਟੂਡੈਂਟ ਦੀ ਫਸੀ ਹੋਈ ਆ, ਦੁਨੀਆ ਦੇ ਵਿੱਚ ਹਾਹਾਕਾਰ ਮੱਚੀ ਪਈ ਹੈ ਤੇ ਜਿਹੜੇ ਹੈਗੇ ਆ ਉਹਨਾਂ ਦੇ ਪਰਿਵਾਰ ਨੇ, ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਜਾਈਏ ਕਿੱਥੇ। ਸਰਕਾਰ ਹੋਣ ਦੇ ਬਾਵਜੂਦ ਸਾਨੂੰ ਸਰਕਾਰ ਪੰਜਾਬ 'ਚ ਨਜ਼ਰ ਨਹੀਂ ਆ ਰਹੀ ਤੇ ਕੋਈ ਉਹਨਾਂ ਨੂੰ ਕਿਸੇ ਲੈਵਲ ਦੇ ਉੱਤੇ ਜਿਹੜੀ ਹੈਗੀ ਹੈ ਕੋਈ ਕੰਸੋਲੇਸ਼ਨ ਦੇਣ ਵਾਸਤੇ, ਸੰਵੇਦਨਾ ਜ਼ਾਹਰ ਕਰਨ ਵਾਸਤੇ ਕੋਈ ਸਾਨੂੰ ਲੀਡਰ ਨਜ਼ਰ ਨਹੀਂ ਆ ਰਿਹਾ। ਨਹੀਂ ਤਾਂ ਪਹਿਲਾਂ ਤਾਂ ਚੰਨੀ ਸਾਹਿਬ ਜਦੋਂ ਰਸਤੇ 'ਚ ਕਿਸੇ ਦੀ ਮੋਟਰਸਾਈਕਲ ਤੇ ਫੇਟ ਵੱਜ ਕੇ ਕਿਤੇ ਬੰਦਾ ਡਿੱਗ ਪੈਂਦਾ ਸੀ, ਉਹਨੂੰ ਪਾਣੀ ਪਿਲਾਉਣਾ, ਉਹਦੀ ਐਂਬੂਲੈਂਸ ਤੱਕ ਦਾ ਇੰਤਜ਼ਾਮ ਕਰਨ ਵਾਸਤੇ ਜਾਂਦੇ ਸੀ ਔਰ ਜੇ ਕੋਈ ਧਰਨਾ ਦਿੰਦਾ ਸੀ ਉੱਥੇ ਰੋਕ ਕੇ ਉਹਨਾਂ ਦਾ ਹਾਲ ਚਾਲ ਪਤਾ ਕਰਦੇ ਸੀ। ਕਈ ਜਗ੍ਹਾ ਦੇ ਉੱਤੇ ਤਾਂ ਖਾਣਾ ਵੀ ਪਹੁੰਚਾਇਆ ਚੰਨੀ ਸਾਹਿਬ ਨੇ। ਹੁਣ ਉਹ ਕਹਿੰਦੇ ਜੀ ਐਡਾ ਵੱਡਾ ਸਮੱਸਿਆ ਖੜੀ ਹੋਈ ਆ, ਉਹਦੇ ਤੇ ਨਹੀਂ ਬੋਲੇ। BBMB ਦਾ ਜਿਹੜਾ ਰੌਲਾ ਪਿਆ ਹੈ ਕਿ ਪੰਜਾਬ ਦੀਆਂ ਤਾਕਤਾਂ ਜਿਹੜੀਆਂ ਉਹ ਕਮਜ਼ੋਰ ਕੀਤੀਆਂ ਜਾ ਰਹੀਆਂ, ਉਹ ਨਹੀਂ ਬੋਲੇ। ਪੰਜਾਬ ਦੇ ਜਿਹੜੇ EMPLOYEES ਨੇ ਉਹ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਆ ਉਹ ਕੱਢ ਰਿਹਾ, ਉਹ ਸ਼ੇਅਰ ਘੱਟ ਕਰ ਰਿਹਾ, ਉਹਦੇ ਤੇ ਨਹੀਂ ਬੋਲੇ।
ਔਰ ਉਵੇਂ ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਵੀ ਨਜ਼ਰ ਨਹੀਂ ਆ ਰਹੇ, ਇਹਦੇ 'ਚ ਜਿਹੜਾ ਹੈ ਹਰੀਸ਼ ਚੌਧਰੀ ਨਜ਼ਰ ਨਹੀਂ ਆ ਰਹੇ, ਔਰ ਜਿਹੜਾ ਕੁਝ ਮਾਮਲੇ ਤੇ ਬੇਸ਼ੱਕ ਸੁਨੀਲ ਜਾਖੜ ਨੇ ਸਾਨੂੰ ਪਤਾ ਬੋਲੇ ਨੇ, ਪਰ ਮਨੀਸ਼ ਤਿਵਾੜੀ ਨੇ ਸਿੱਧਾ ਕਿਹਾ ਕਿ ਸੁਨੀਲ ਜਾਖੜ ਵੀ ਇਹਨਾਂ ਮਾਮਲਿਆਂ 'ਚ ਨਜ਼ਰ ਨਹੀਂ ਆ ਰਹੇ। ਤੇ ਔਰ ਜਿਹੜੀ ਗੱਲ ਸਾਹਮਣੇ ਜਿਹੜੀ ਆ ਰਹੀ ਆ ਨਾ ਉਹ ਇਹ ਆ ਕਿ ਸਾਰੇ ਦੇ ਸਾਰੇ ਇਹ ਜਿਹੜੇ ਲੋਕ ਨੇ ਪਾਰਟੀਜ਼ ਨੇ ਇਹਨਾਂ ਦਾ ਜ਼ੋਰ ਲੱਗਿਆ ਹੈ ਵਾਸੂ ਜੀ ਅੱਜ ਕੱਲ ਆਪਣੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਬਚਾ ਕੇ ਰੱਖਣ ਦਾ। ਕਾਂਗਰਸ ਦਾ ਤਾਂ ਹੁਣ ਇਹ ਹੈ ਜੀ, ਬੇਸ਼ੱਕ ਹਰੀਸ਼ ਚੌਧਰੀ ਦਾ ਇੱਕ ਬਿਆਨ ਆਇਆ ਸੀ ਵੀ ਇਹ ਗੱਲ ਝੂਠ ਹੈ, ਪਰ ਜਿਹੜੇ ਸਾਡੇ ਸੂਤਰ ਨੇ ਔਰ ਮੀਡੀਆ 'ਚ ਵੀ ਰਿਪੋਰਟਾਂ ਨੇ ਆ ਚੁੱਕੀਆਂ ਨੇ ਕਿ ਕਾਂਗਰਸ ਨੇ ਜੈਪੁਰ ਔਰ ਜੋਧਪੁਰ ਦੇ ਵਿੱਚ ਹੋਟਲ ਬੁੱਕ ਕਰਾ ਲਏ ਨੇ, ਸਰਕਾਰੀ ਸਾਰਾ ਸਿਸਟਮ ਕਰ ਲਿਆ ਸੈੱਟ, ਤੇ ਸਾਰੇ ਕੈਂਡੀਡੇਟਸ ਨੂੰ ਬੁਲਾ ਵੀ ਲੈ ਗਿਆ ਕਿ 5 ਤਰੀਕ ਤੱਕ ਵਾਪਸ ਆ ਜਾਓ। ਹੋ ਸਕਦਾ ਉਹਨਾਂ ਨੂੰ 5 ਜਾਂ 6 ਸਣੇ ਪਰਿਵਾਰ ਜਿਹੜਾ ਹੈਗਾ ਜੈਪੁਰ ਦੇ ਵਿੱਚ ਲੈ ਕੇ ਚਲੇ ਜਾਣ ਕਿ ਤਾਂ ਕਿ ਉਹਨਾਂ ਦੀ ਜਦੋਂ 10 ਤਰੀਕ ਨੂੰ ਜੇ ਹੰਗ ਅਸੈਂਬਲੀ ਦਾ ਸਿਸਟਮ ਆਉਂਦਾ ਤਾਂ ਉਹਨਾਂ ਦੀ ਕੋਈ ਜਿਹੜੀ ਖਰੀਦੋ ਫਰੋਖਤ ਨਾ ਹੋ ਸਕੇ। ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਜਿਹੜੀ ਹੈ ਬੇਸ਼ੱਕ ਬਹੁਤ ਉਹਨਾਂ ਨੂੰ ਭਰੋਸਾ ਕਿ ਉਹਨਾਂ ਦੀ ਸਰਕਾਰ ਬਣਨੀ ਆ, ਆਮ ਆਦਮੀ ਪਾਰਟੀ ਵਾਲੇ ਤਾਂ 65 ਤੋਂ ਲੈ ਕੇ 80 ਸੀਟਾਂ ਤੱਕ ਦਾ ਕਲੇਮ ਕਰ ਰਹੇ ਆ ਵੀ ਉਹਨਾਂ ਦੀ ਇਹਨਾਂ ਨਾਲ ਸਰਕਾਰ ਬਣ ਜਾਣੀ ਹੈ, ਪਰ ਫਿਰ ਵੀ ਉਹ ਆਪਣੇ ਐਮਐਲਏਜ਼ ਨੇ, ਕਿਉਂਕਿ ਜਿਹੜਾ ਪੁਰਾਣਾ ਇਤਿਹਾਸ ਜਿਹੜਾ ਇਹਨਾਂ ਦਾ ਪਾਰਟੀ ਦੀ ਕਾਰਗੁਜ਼ਾਰੀ ਦੇਖੀਏ, 5 ਸਾਲ ਪਹਿਲਾਂ ਇਹਨਾਂ ਦੇ 20 ਐਮਐਲਏ ਜਿੱਤੇ ਸੀ, ਉਹਨਾਂ ਚੋਂ 11-12 ਤਾਂ ਭੱਜ ਗਏ ਸੀ। ਸੋ ਬਈ ਉਹੋ ਜਿਹਾ ਕੁਝ ਨਾ ਹੋ ਜੇ ਜਾਂ ਬੀਜੇਪੀ ਵਰਗੀ ਨਾ ਇਹਦੇ 'ਚ ਕੋਈ ਖਰੀਦੋ ਫਰੋਖਤ ਕਰ ਸਕੇ। ਉਹ ਦਿੱਲੀ ਲਿਜਾਣਾ ਤਾਂ ਅਰਵਿੰਦ ਕੇਜਰੀਵਾਲ ਨੂੰ ਮੁਸ਼ਕਿਲ ਹੋਏਗਾ, ਕਿਉਂਕਿ ਦਿੱਲੀ ਪੁਲਿਸ ਜਿਹੜੀ ਹੈ ਜਿਹਦੇ ਥਰੂ ਤੁਸੀਂ ਘੇਰਾ ਪਾਉਣਾ ਹੁੰਦਾ ਉਹ ਤਾਂ ਕੇਂਦਰ ਸਰਕਾਰ ਕੋਲ ਹੈ। ਸੋ ਮੈਨੂੰ ਜਿਹੜੀਆਂ ਅਨਕਨਫਰਮਡ ਆ, ਹਲੇ ਇਹਦੀ ਕੋਈ ਕਨਫਰਮ ਪੁਸ਼ਟੀ ਕਿਸੇ ਨੇ ਨਹੀਂ ਕੀਤੀ ਇਸ ਗੱਲ ਦੀ। ਇਹ ਇੱਕ ਲੈਵਲ ਦੇ ਉੱਤੇ ਰਿਊਮਰ ਵੀ ਕਹਿ ਸਕਦੇ ਆ, ਪਰ ਗੱਲਾਂ ਜ਼ਰੂਰ ਹੋ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਸ਼ਾਇਦ ਆਪਣੇ ਜਿਹੜੇ ਸੁਭਾਵਕ ਜੇਤੂ ਕੈਂਡੀਡੇਟ ਨੇ, ਜਿਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਜਿੱਤ ਜਾਣਗੇ, ਉਹਨਾਂ ਨੂੰ ਜਹਾਜ਼ ਭਰ ਕੇ ਕਲਕੱਤੇ ਲੈ ਜਾਣ ਤਾਂ ਜਿਹੜੀ ਹੈਗੀ ਆ ਮਮਤਾ ਦੀਦੀ ਉਹਨਾਂ ਦੀ ਉੱਥੇ ਪ੍ਰੋਟੈਕਸ਼ਨ ਕਰ ਸਕਣ। ਜਿਹੜੀ ਅਕਾਲੀ ਦਲ ਔਰ ਬੀਜੇਪੀ ਹੈ ਉਹਨਾਂ ਨੂੰ ਇਹ ਹੈ ਕਿ ਜੀ ਅਸੀਂ ਤਾਂ ਇੱਥੇ ਬੈਠਣਾ। ਉਹਨਾਂ ਦੀਆਂ ਮੀਟਿੰਗਸ ਨੇ, ਬੀਜੇਪੀ ਨੇ ਅੱਜ ਸ਼ਾਇਦ ਮੀਟਿੰਗ ਸਟਾਰਟ ਕਰਨੀ ਹੈ ਐਨਾਲਿਸਿਸ ਦੀ ਵੀ ਪੰਜਾਬ ਦਾ ਚੋਣ ਕਿਹੋ ਜਿਹਾ ਰਿਹਾ, ਔਰ ਉਹਨਾਂ ਨੂੰ ਤਾਂ ਇਹ ਹੈ ਕਿ ਜੀ ਵੀ ਕੁਝ ਲੈਵਲ ਤੇ ਜੇ ਅਸੀਂ ਰਲ ਮਿਲ ਕੇ ਵੀ ਇੱਕ ਗੱਠਜੋੜ ਬਾਅਦ ਚੋਂ ਵੀ ਪੋਸਟ ਪੋਲ ਅਲਾਇੰਸ ਵੀ ਕਰ ਲੈਂਦੇ ਆ ਤਾਂ ਸਰਕਾਰ ਬਣਾ ਲਾਂਗੇ, ਤੇ ਜੇ ਸਰਕਾਰ ਨਹੀਂ ਬਣਦੀ ਤਾਂ ਜਿਹੜਾ ਦੂਜੀਆਂ ਪਾਰਟੀਆਂ ਦਾ ਵਿਕਾਊ ਮਾਲ ਆ ਉਹ ਕਿਸੇ ਤਰੀਕੇ ਨਾਲ ਚੁੱਕ ਕੇ ਆਪਣੀ ਸਰਕਾਰ ਪੱਕੀ ਕਰ ਲਾਂਗੇ। ਸੋ ਉਧਰ ਤਾਂ ਇੰਨੀ ਅਫੜਾ ਦਫੜੀ ਨਹੀਂ ਹੈਗੀ, ਪਰ ਇਹ ਆ ਕਿ ਜਿਹੜਾ ਵਾਸੂ ਜੀ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਜਿਹੜੇ ਐਮਐਲਏ ਔਰ ਹੋਰ ਲੀਡਰਾਂ ਨੇ ਅੱਡੀ ਛੜਪਾਈ ਕੀਤਾ, ਕਦੇ ਕਿਸੇ ਪਾਰਟੀ 'ਚ, ਕਦੇ ਦੂਜੀ 'ਚ, ਕਦੇ ਵਾਪਸ ਆਪਣੀ ਪਾਰਟੀ 'ਚ, ਫਿਰ ਕਿਸੇ ਹੋਰ 'ਚ ਚਲੇ ਗਏ। ਸੋ ਉਹ ਸਿਸਟਮ ਕਿਤੇ ਚੋਣਾਂ ਤੋਂ ਬਾਅਦ ਨਾ ਹੋ ਜੇ, ਕਈ ਪੋਲੀਟੀਕਲ ਪਾਰਟੀਜ਼ ਨੂੰ ਇਸ ਦਾ ਫਿਕਰ ਹੈ, ਤੇ ਉਸ ਕਰਕੇ ਹੀ ਜਿਹੜੇ ਵੱਡੇ ਵੱਡੇ ਮੁੱਦੇ ਨੇ ਉਹ ਅੱਖੋਂ ਭਰੋਖੇ ਹੋ ਰਹੇ ਨੇ। ਲੋਕਾਂ ਇਸ ਵੇਲੇ ਲਾਵਾਰਿਸ, ਪੰਜਾਬ ਇਸ ਵੇਲੇ ਲਾਵਾਰਿਸ ਹੈ ਕਿ ਉਹਨਾਂ ਦੇ ਲੀਡਰਸ ਇਸ ਵੇਲੇ ਗਾਇਬ ਨੇ। ਬੰਦੇਰ ਸਾਹਿਬ, ਬਹੁਤ ਬਰੀਫਲੀ ਜੇ ਗੱਲ ਕਰੀਏ, ਤੁਸੀਂ ਮਮਤਾ ਦੀਦੀ ਦਾ ਜ਼ਿਕਰ ਕੀਤਾ। ਸੋ ਵੈਸਟ ਬੰਗਾਲ ਦੇ ਵਿੱਚ ਮਿਊਨਿਸਪਲ ਚੋਣਾਂ ਹੋਈਆਂ ਨੇ ਤੇ ਮਮਤਾ ਦੀਦੀ ਦੀ ਪੂਰੀ ਵੇਵ ਚੱਲੀ, ਉੱਥੇ ਉਹਨਾਂ ਨੇ ਸਵੀਪ ਕੀਤਾ ਚੋਣਾਂ ਨੂੰ। 108 ਮਿਊਨਿਸਪੈਲਿਟੀਜ਼ ਦੇ ਵਿੱਚੋਂ 102 ਤੇ TMC ਨੇ ਜਿੱਤ ਦਰਜ ਕੀਤੀ ਹੈ। ਸੋ ਇਹਦੀਆਂ ਕੀ ਡੀਟੇਲਸ ਨੇ ਜੀ, ਜੇ ਬਹੁਤ ਬਰੀਫਲੀ ਆਪਾਂ ਗੱਲ ਕਰੀਏ? ਹਾਂਜੀ ਬਿਲਕੁਲ, ਇਹਦੇ ਛੇਤੀ ਗੱਲ ਕਰ ਲੈਂਦੇ ਆ। ਜਿਹੜੀਆਂ ਆਪੋਜੀਸ਼ਨ ਪਾਰਟੀ ਨੇ ਸਪੈਸ਼ਲੀ ਬੀਜੇਪੀ ਔਰ ਲੈਫਟ ਫਰੰਟ ਜਿਹੜਾ ਹੈ ਉਹ ਤਾਂ ਕਹਿੰਦੇ ਜੀ ਇਹ ਸਾਰੀਆਂ ਚੋਣਾਂ ਰਿਗਿੰਗ ਹੋਈ ਆ ਬਹੁਤ ਵੱਡੇ ਲੈਵਲ ਤੇ। ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਸੱਤਾਧਾਰ ਪਾਰਟੀ ਹੁੰਦੀ ਹੈ, ਜਿਹੜੀ ਸਟੇਟ ਜਿਹਦੇ ਕੋਲ ਸਟੇਟ ਗਵਰਨਮੈਂਟ ਹੋਵੇ ਉਹਦੀਆਂ ਹੀ ਮਿਊਨਿਸਪੈਲਿਟੀਜ਼ ਵਗੈਰਾ 'ਚ ਜਿੱਤ ਹੁੰਦੀ ਹੈ, ਪਰ 108 ਚੋਂ 102 ਲੈ ਜਾਣਾ ਔਰ ਇਹਦੇ ਵਿੱਚ ਕੋਈ ਬਿਨਾਂ 31 ਮਿਊਨਿਸਪੈਲਿਟੀਜ਼ ਦੇ ਵਿੱਚ ਕੋਈ ਆਪੋਜੀਸ਼ਨ ਹੀ ਨਹੀਂ ਸੀ। ਬੀਜੇਪੀ ਕੋਲੋਂ ਖਾਤਾ ਵੀ ਨਾ ਖੁੱਲੇ, ਇਹ ਬਹੁਤ ਵੱਡੀ ਗੱਲ ਹੈ। ਕਾਂਗਰਸ ਕੋਲੇ ਵੀ ਨਹੀਂ ਖਾਤਾ ਖੁੱਲਿਆ। ਇੱਕ ਨਵੀਂ ਪਾਰਟੀ ਹੈਗੀ ਆ ਹਮਰੋ ਪਾਰਟੀ, ਉਹ ਜਿਹੜੀ ਦਾਰਜੀਲਿੰਗ ਦੀ ਮਿਊਨਿਸਪੈਲਿਟੀ ਉਹਨਾਂ ਨੇ ਜਿੱਤੀ ਹੈ। ਇੱਕ CPM ਨੂੰ ਵੀ ਇੱਕ ਮਿਲ ਗਈ ਜਿਹੜੀ ਸੀਟ ਹੈ, ਮਿਊਨਿਸਪੈਲਿਟੀ ਹੈ, ਤੇ ਪਰ ਜਿਹੜੀ ਲੈਫਟ ਫਰੰਟ ਇਹ ਕਲੇਮ ਕਰ ਰਿਹਾ ਕਿ ਉਹਦੇ ਵਿੱਚ ਉਹਨਾਂ ਦੀ ਜਿਹੜਾ ਗਿਰੀ ਹੋਈ ਸਾਖ ਸੀ ਕਾਫੀ ਰਿਟਰਨ ਆਈ ਹੈ, ਤੇ ਜੇ ਇਹ ਫ੍ਰੀ ਐਂਡ ਫੇਅਰ ਚੋਣਾਂ ਹੁੰਦੀਆਂ
ਤਾਂ ਤ੍ਰਿਣਮੂਲ ਕਾਂਗਰਸ ਐਡਾ ਵੱਡਾ ਜਿੱਤ ਨਾ ਕਰ ਸਕਦੀ, ਪਰ ਤ੍ਰਿਣਮੂਲ ਕਾਂਗਰਸ ਜਿਸ ਨੇ ਬੀਜੇਪੀ ਦੇ ਦੰਦ ਖੱਟੇ ਕੀਤੇ ਸੀ ਸਟੇਟ ਇਲੈਕਸ਼ਨ ਦੇ ਵਿੱਚ, ਉਹ ਆਪਣੀ ਪਿੱਠ ਤੇ ਥਾਪੀ ਜ਼ਰੂਰ ਮਾਰ ਰਹੇ ਕਿ ਅਸੀਂ ਵਧੀਆ ਪ੍ਰਦਰਸ਼ਨ ਕੀਤਾ। ਜੀ ਬੰਦੇਰ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਕੱਲ ਫਿਰ ਗੱਲਬਾਤ ਕਰਾਂਗੇ। ਸ਼ੁਕਰੀਆ ਜੀ।